श्री वाहिगुरु साहिब जी। हल्ले यारा खुद खबरी। बल बल जाओ हाओ बल बल जाओ। नीकी तेरी बेगारी हाले तेरा नाओ। हले यारा खुश खबरी। वाहिगुरु जी का खालसा वाहिगुरु जी की फतेह। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਸ਼ਬਦਾ ਅਵਤਾਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਿਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਤਲੰਗ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਆ ਰਿਹਾ ਹੈ। ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੋਈ ਵੀ ਸ਼ਬਦ ਦੀ ਕਥਾ ਕਰਨ ਤੋਂ ਪਹਿਲਾਂ ਉਥਾਨਕਾ ਸਰਵਣ ਕਰਾਈ ਜਾਂਦੀ ਹੈ ਕਿ ਇਹ ਜਿਹੜਾ ਪਾਵਨ ਸ਼ਬਦ ਹੈ ਇਹ ਕਿਸ ਜਗ੍ਹਾ 'ਤੇ ਉਚਾਰਿਆ ਹੈ। ਭਗਤ ਨਾਮਦੇਵ ਜੀ ਬਿਰਧ ਅਵਸਥਾ ਵਿੱਚ ਕੁਝ ਸਮਾਂ ਦੁਆਰਕਾ ਦੇ ਵਿੱਚ ਜਾ ਕੇ ਰਹੇ ਸਨ। ਇਹਨਾਂ ਦੇ ਨਾਲ ਹੀ ਇਹਨਾਂ ਦੀ ਧਰਮ ਸੁਪਤਨੀ ਲਾਡਲੀ ਰਾਜਾ ਬਾਈ ਵੀ ਸੀਗੀ। ਉੱਥੇ ਆਪਣੇ ਕਿੱਤੇ ਅਨੁਸਾਰ ਕੱਪੜੇ ਧੋਇਆ ਕਰਦੇ ਸਨ। ਬਸਤਰਾਂ ਦੀਆਂ ਪੰਡਾਂ ਬੰਨ੍ਹ ਕੇ ਇੱਕ ਗੱਡੀ ਰੇਹੜੀ ਦੇ ਉੱਪਰ ਲੱਦ ਕੇ ਉਹਨੂੰ ਧੋ ਕੇ ਲਿਆਉਂਦੇ ਸਨ। ਇਸ ਪ੍ਰਕਾਰ ਇੱਕ ਦਿਨ ਭਗਤ ਜੀ ਦੇ ਮਨ ਦੇ ਵਿੱਚ ਸੰਕਲਪ ਹੋਇਆ ਕਿ ਜੇਕਰ ਪਰਮੇਸ਼ਰ ਕੋਈ ਘੋੜੀ ਦੇ ਦੇਵੇ ਤੇ ਕੰਮ ਬਹੁਤ ਸੌਖਾ ਹੋ ਜਾਏ। ਨਾਲੇ ਤਾਂ ਰੇਹੜੀ ਦੇ ਅੱਗੇ ਘੋੜੀ ਲਾ ਕੇ ਬਸਤਰ ਵੱਧ ਲੱਦ ਲਿਆ ਕਰਾਂਗੇ ਤੇ ਨਾਲ ਆਪ ਉੱਪਰ ਚੜ੍ਹ ਕੇ ਵੀ ਚਲੇ ਜਾਇਆ ਕਰਾਂਗੇ, ਕਿਉਂਕਿ ਸਰੀਰ ਹੁਣ ਬੁੱਢਾ ਹੋ ਗਿਆ ਹੈ। ਪਰ ਗੁਜ਼ਾਰੇ ਲਈ ਕੰਮ ਤਾਂ ਕਰਨਾ ਹੀ ਪਊਗਾ। ਜਦ ਇਸ ਤਰ੍ਹਾਂ ਸੰਕਲਪ ਹੋਇਆ ਤਦੋਂ ਪਰਮੇਸ਼ਰ ਨੇ ਸੋਚਿਆ ਕਿ ਮਨਾ ਇਹ ਚੰਗਾ ਭਲਾ ਹੁੰਦਾ ਸੀਗਾ। ਸਾਰੀ ਉਮਰੇ ਦੀ ਇਸ ਤਰ੍ਹਾਂ ਹੀ ਲੰਘ ਗਈ ਅਤੇ ਹੁਣ ਬੁੱਢਾ ਹੋ ਕੇ ਵੇਖੋ ਕੀ ਸੰਕਲਪ ਕਰ ਰਿਹਾ। ਅੱਜ ਘੋੜੀ ਦਾ ਸੰਕਲਪ ਕੀਤਾ ਹੈ, ਕੱਲ੍ਹ ਨੂੰ ਹਾਥੀ ਦਾ ਕਰੂਗਾ, ਕਿਉਂਕਿ ਬੰਦੇ ਦੇ ਮਨ ਦੀ ਤ੍ਰਿਸ਼ਨਾ ਤਾਂ ਕਦੀ ਰੁਕਦੀ ਨਹੀਂ। ਭਾਵੇਂ ਭਗਤ ਨਾਮਦੇਵ ਜੀ ਪ੍ਰਭੂ ਦੇ ਅਨੰਨ ਭਗਤ ਸੇਵਕ ਸਨ, ਤਾਂ ਮਹਾਰਾਜ ਨੇ ਇਹ ਸੋਚਿਆ ਵੀ ਇਹਦੇ ਸੰਕਲਪ ਨੂੰ ਮੈਂ ਹੁਣੇ ਵਾਸ਼ ਕਰਾਂ, ਇਹਨੂੰ ਮੱਤ ਦਿਆਂ। ਇਹਨੇ ਕੀਤਾ ਤੇ ਕੀਤਾ ਕਿਉਂ? ਘੋੜੀ ਦਾ ਸੰਕਲਪ
ਕੱਲ ਨੂੰ ਫਿਰ ਹੋਰ ਕੁਝ ਮੰਗੂਗਾ। ਇਹਨਾਂ ਸੰਕਲਪਾਂ ਕਰਕੇ ਇਹਦੇ ਸਿਮਰਨ ਭਜਨ 'ਚ ਵਿਘਨ ਪੈ ਸਕਦਾ। ਕੱਲ ਨੂੰ ਮੌਤ ਹੋਣੀ ਹੈ ਤੇ ਮੁੜ ਕੇ ਮਰਨ ਲੱਗਿਆਂ ਕੋਈ ਹੋਰ ਜੱਬ ਨਾ ਛੇੜ ਲੈ। ਸਾਰੀ ਉਮਰ ਭਜਨ ਕਰਦਾ ਰਿਹਾ ਤੇ ਜਿਤ ਲਾਗੂ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਮਰਨ ਲੱਗਿਆਂ ਕੋਈ ਇਹੋ ਜਿਹਾ ਫੁਰਨਾ ਫੁਰ ਗਿਆ ਫਿਰ ਜੂਨਾਂ 'ਚ ਪਾਊਗਾ। ਇਹਦਾ ਮੈਂ ਹੁਣ ਪ੍ਰਬੰਧ ਕਰਦਾ ਹਾਂ। ਇਹਦਾ ਸੰਕਲਪ ਹੁਣੇ ਮਿਟਣਾ ਚਾਹੀਦਾ, ਇਹਨੂੰ ਮੱਤ ਦੇਣੀ ਚਾਹੀਦੀ ਹੈ। ਤਾਂ ਉਸੇ ਵੇਲੇ ਭਗਵਾਨ ਨੇ ਨਾਮਦੇਵ ਨੂੰ ਮੱਤ ਦੇਣ ਲਈ ਇੱਕ ਮੁਗਲ ਦਾ ਰੂਪ ਧਾਰ ਲਿਆ ਅਤੇ ਨਾਲ ਇੱਕ ਘੋੜੀ ਲੈ ਕੇ ਭਗਤ ਨਾਮਦੇਵ ਜੀ ਦੇ ਸਾਹਮਣੇ ਆ ਖੜੇ ਹੋਏ। ਤੇ ਉਸੇ ਸਮੇਂ ਘੋੜੀ ਨੇ ਇੱਕ ਵਛੇਰਾ ਦੇ ਦਿੱਤਾ। ਤਦੋਂ ਮੁਗਲ ਰੂਪ ਦੇ ਵਿੱਚ ਭਗਵਾਨ ਨੇ ਭਗਤ ਨਾਮਦੇਵ ਜੀ ਨੂੰ ਆਵਾਜ਼ ਮਾਰੀ ਕਿ ਉਹ ਇਸ਼ਾਰਾ ਛੇਤੀ ਆ। ਭਗਤ ਜੀ ਵੇਖ ਕੇ ਕੁਝ ਸੋਚਣ ਲੱਗੇ ਵੀ ਕਦਮ ਪੁੱਟਾਂ ਕਿ ਨਾ ਪੁੱਟਾਂ। ਮਹਾਰਾਜ ਨੇ ਆਖਿਆ ਵੀ ਹੋਰ ਛੇਤੀ ਆ ਭਾਈ। ਉਸ ਭਾਵ ਦੇ ਵਿੱਚ ਪ੍ਰਸ਼ਨ ਉੱਤਰ ਕਰਦੇ ਹੋਏ ਜੋ ਮੁਗਲ ਪਠਾਨ ਦੇ ਰੂਪ ਦੇ ਵਿੱਚ ਭਗਵਾਨ ਨੇ ਭਗਤ ਨਾਮਦੇਵ ਜੀ ਨੂੰ ਕਿਹਾ, ਉਸ ਨੂੰ ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਵਿੱਚ ਉਚਾਰਨ ਕਰਦੇ ਨੇ, ਜਾਂ ਮੇਰੇ ਖਿਆਲ ਮੁਤਾਬਕ ਤਾਂ ਮੁਗਲ ਉਹਨਾਂ ਦਾ ਰਾਜ ਸੀਗਾ। ਯਾਰ ਉਹਨੇ ਕਿੱਥੇ ਕਹਿਣਾ ਸੀ, ਉਹਨੇ ਕਿਹਾ ਹੋਊਗਾ ਉਹ ਸ਼ਿੰਬਿਆ ਇਧਰ ਨੂੰ ਆ। ਯਾਰ ਤਾਂ ਫਿਰ ਭਗਤ ਨਾਮਦੇਵ ਜੀ ਨੇ ਆਖਿਆ ਵਾਹਿਗੁਰੂ ਨੂੰ। ਪਿਆਰ ਦੀ ਬੋਲੀ ਦੇ ਵਿੱਚ ਮਹਾਰਾਜ ਨੇ ਪਰਖ ਲੈਣ ਲਈ ਗੁੱਸੇ 'ਚ ਆਵਾਜ਼ ਮਾਰੀ ਹੋਊਗੀ ਤੇ ਅੱਗੋਂ ਭਗਤ ਨਾਮਦੇਵ ਜੀ ਉਹਦੇ ਵਿੱਚ ਪ੍ਰਭੂ ਦਾ ਰੂਪ ਦੇਖ ਕੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੇ ਦਰਸ਼ਨ ਕਰਦੇ ਹੋਏ ਯਾਰ ਆਖਦੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ। ਸੋ ਜਿਸ ਵਕਤ ਨਾਮਦੇਵ ਜੀ ਕੋਲ ਆਇਆ ਤੇ ਕਹਿਣ ਲੱਗੇ ਵੀ ਚੱਲ ਆ ਵਛੇਰੀ ਮੋਢਿਆਂ ਤੇ ਚੁੱਕ ਤੇ ਚੁੱਕ ਕੇ ਚੱਲ ਮੇਰੇ ਨਾਲ, ਮੈਂ ਜਲਦੀ ਜਾਣਾ ਹੈ। ਘੋੜੀ ਤੁਰ ਨਹੀਂ ਰਹੀ ਕਿਉਂਕਿ ਇਹਦਾ ਵਛੇਰੀ ਵਿੱਚ ਧਿਆਨ ਹੈ। ਇਹਨੂੰ ਵਛੇਰੀ ਨੂੰ ਤੂੰ ਮੋਢਿਆਂ ਤੇ ਚੁੱਕ ਕੇ ਮੇਰੇ ਘਰ ਛੱਡ ਗਿਆ। ਤਾਂ ਭਗਤ ਨਾਮਦੇਵ ਜੀ ਨਾਲੇ ਤਾਂ ਹੱਸਣ ਤੇ ਨਾਲੇ ਰੋਣ ਜੋਗੇ ਵੀ ਨਹੀਂ। ਸੋਚਿਆ ਮਨਾ ਬੁੱਢੇ ਹੋਏ ਤੋਂ ਸੋਚਿਆ ਸੀ ਵੀ ਘੋੜੀ ਤੇ ਚੜਾਂਗੇ ਤੇ ਵੇਖੋ ਰੱਬ ਦੀ ਕੁਦਰਤ ਹੈ, ਘੋੜੀ ਤੇ ਕੀ ਚੜਾਉਣਾ ਸੀਗਾ, ਘੋੜੀ ਮੇਰੇ ਤੇ ਚੜਾਤੀ ਹੈ। ਮਹਾਰਾਜ ਦੀ ਕੁਦਰਤੀ ਹੈ ਨਾ, ਉਹਦਾ ਪਾਣਾ ਹੈ। ਤੇ ਉਹ ਨਾਲ ਨਾਲ ਤੁਰੇ ਜਾਂਦੇ ਨੇ, ਨਾਲ ਨਾਲ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰਦੇ ਹੋਏ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਪਿਆਰ ਨਾਲ ਸੁਣੋ ਜੀ। ਇਹ ਯਾਰਾਂ ਮਿੱਤਰਾ, ਇਹ ਯਾਰਾਂ ਮਿੱਤਰਾ, ਹੱਲ ਕੀਆ ਛੇਤੀ ਆ ਅਤੇ ਮੇਰੀ ਘੋੜੀ ਦੇ ਵਛੇਰੇ ਨੂੰ ਚੁੱਕ। ਭਗਤ ਨਾਮਦੇਵ ਜੀ ਨੇ ਮਿੱਠੀ ਜਿਹੀ ਆਵਾਜ਼ ਸੁਣ ਕੇ ਭਗਵਾਨ ਨੂੰ ਪਹਿਚਾਨ ਲਿਆ ਕਿ ਭਗਵਾਨ ਜੀ ਹੀ ਮੇਰੀ ਪਰਖ ਕਰਨ ਲਈ ਮੁਗਲ ਰੂਪ ਦੇ ਵਿੱਚ ਆਏ ਨੇ। ਤਦੋਂ ਭਗਤ ਜੀ ਨੇ ਕਿਹਾ ਕਿ ਹੇ ਮੇਰੇ ਯਾਰ, ਹੇ ਮੇਰੇ ਯਾਰ, ਖੁਸ਼ਖਬਰੀ, ਖੁਸ਼ੀ ਵਾਲੀ ਖਬਰ ਤੂੰ ਸਾਨੂੰ ਸੁਣਾਈ ਹੈ। ਮਤਲਬ ਕਿਸੇ ਬਹਾਨੇ ਦਰਸ਼ਨ ਤਾਂ ਦਿੱਤੇ ਨੇ। ਹੇ ਭਗਵਾਨ ਤੇਰੇ ਤਾਈਂ ਬਲਿਹਾਰ ਬਲਿਹਾਰ ਜਾਂਦਾ। ਤਿੰਨਾਂ ਗੱਲਾਂ ਦੇ ਵਿੱਚ ਮੈਂ ਮਨ ਬਾਣੀ ਸਰੀਰ ਕਰਕੇ ਸਦਾ ਤੇਰੇ ਤਾਈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤੇਰੀ ਇਹ ਜਿਹੜੀ ਵਿਗਾਰ ਲਾਈ ਹੋਈ ਇਹ ਬੜੀ ਨੇਕੀ ਚੰਗੀ ਹੈ।
ਵਿਗਾਰ ਕਹਿੰਦੇ ਨੇ ਜਿਹੜਾ ਬਿਨਾਂ ਪੈਸੇ ਤੋਂ ਕੰਮ ਕਰਾਉਣਾ ਹੈ। ਪੁਰਾਣਾ ਸਮਾਂ ਸੀਗਾ, ਮੁਗਲਾਂ ਦਾ ਰਾਜ ਹੋਣ ਕਰਕੇ ਮੁਗਲ ਬਿਨਾਂ ਪੈਸੇ ਤੋਂ ਹੀ ਹਿੰਦੂਆਂ ਦੇ ਕੋਲੋਂ ਕੰਮ ਕਰਾਇਆ ਕਰਦੇ ਸਨ। ਇਉਂ ਇਹ ਜਿਹੜੀ ਤੂੰ ਵਿਗਾਰ ਲਾਈ ਹੋਈ ਹੈ ਇਹ ਬੜੀ ਨੇਕੀ ਚੰਗੀ ਹੈ। ਭਾਵ ਮੈਂ ਤਾਂ ਆਪ ਉੱਪਰ ਚੜ੍ਹਨ ਲਈ ਘੋੜੀ ਮੰਗੀ ਸੀ, ਪਰ ਤੂੰ ਮੈਨੂੰ ਉੱਪਰੋਂ ਚੁਕਾਤੀ ਹੈ। ਫਿਰ ਤੁਹਾਡਾ ਨਾਮ ਕੀ ਹੈ? ਭਗਵਾਨ ਨੇ ਕਿਹਾ ਮੇਰਾ ਨਾਮ ਆਲੇ ਬੇਗ ਹੈ। ਦੱਸ ਦੂੰਗੀ ਲੈਣਾ ਆਲੇ ਬੇਗ। ਹਾਂ ਭਗਵਾਨ, ਤੇਰਾ ਆਲੇ ਬੇਗ ਨਾਮ ਵੀ ਬੜਾ ਹੀ ਚੰਗਾ ਹੈ। ਭਾਵ ਤੂੰ ਸੰਸਾਰ ਰੂਪ ਘਰ ਨੂੰ ਚਲਾਉਣ ਵਾਲਾ ਹੈ, ਜਾਂ ਤੇਰਾ ਨਾਮ ਹੀ ਸਭ ਤੋਂ ਆਲੇ ਵੱਡਾ ਸਰੇਸ਼ਟ ਉੱਤਮ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਮੈਨੂੰ ਤੁਸੀਂ ਇਹ ਦੱਸੋ ਕਿ ਕਿੱਥੋਂ ਆਏ ਹੋ ਤੇ ਕਿੱਥੇ ਤੁਸੀਂ ਗਏ ਸੀ? ਅਤੇ ਹੁਣ ਕਿੱਥੇ ਰਵਾਨਾ ਹੋ ਲੱਗੇ ਹੋ? ਇਹ ਦੁਆਰਕਾ ਕ੍ਰਿਸ਼ਨ ਭਗਵਾਨ ਦੀ ਨਗਰੀ ਹੈ, ਇੱਥੇ ਸੱਚ ਬੋਲਣਾ ਕਰੀ। ਹੇ ਭਗਵਾਨ, ਤੇਰੀ ਪੱਗ ਬਹੁਤ ਹੀ ਜ਼ਿਆਦਾ ਖੂਬ ਹੈ, ਬੜੀ ਸੁੰਦਰ ਹੈ। ਮਹਾਰਾਜ ਨੇ ਵੱਟ ਜਿਹਾ ਕੱਢ ਕੇ, ਜਿਸ ਤਰ੍ਹਾਂ ਮੁਗਲ ਉਹ ਪੱਗ ਬੰਨ੍ਹ ਕੇ ਤੇ ਉੱਪਰ ਦੀ ਫਰਲਾ ਤੁਰਲਾ ਕੱਢਦੇ ਨੇ, ਇਉਂ ਮੁਗਲਾਂ ਵਾਂਗ ਪੱਗ ਬੰਨੀ ਹੋਈ ਸੀ। ਕਹਿੰਦੇ ਤੇਰੀ ਪੱਗ ਬੜੀ ਸੁੰਦਰ ਹੈ। ਹਰ ਤੇਰੇ ਬਚਨ ਵੀ ਬਹੁਤ ਮਿੱਠੇ ਪਿਆਰੇ। ਭਾਵ ਤੇਰੀ ਮੁਗਲ ਪਠਾਣਾਂ ਵਾਲੀ ਟੇਢੀ ਦੀ ਵਲਾਂ ਵਾਲੀ ਪੱਗ ਨਹੀਂ ਹੈ, ਤੇ ਨਾ ਹੀ ਉਹਨਾਂ ਵਰਗੇ ਕੌੜੇ ਬਚਨ ਹਨ। ਫਿਰ ਇਸ ਕ੍ਰਿਸ਼ਨ ਭਗਵਾਨ ਦੀ ਦੁਆਰਕਾ ਨਗਰੀ ਦੇ ਵਿੱਚ ਮੁਗਲ ਕਿੱਥੋਂ ਦੇ ਆ ਗਏ ਮੁਗਲ? ਭਾਵ ਇੱਥੇ ਚੰਦਰਕ ਮੁਨੀ ਨੇ ਤਪ ਕੀਤਾ ਸੀਗਾ ਅਤੇ ਸ਼ਰਾਪ ਦਿੱਤਾ ਸੀ ਕਿ ਇੱਥੋਂ ਕੋਈ ਮੁਗਲ ਨਾ ਆ ਸਕੇ। ਇਹ ਨਾਮਦੇਵ, ਕੀ ਤੂੰ ਮੈਨੂੰ ਸਿਆਣ ਲਿਆ ਹੈ? ਤਦ ਭਗਤ ਜੀ ਨੇ ਕਿਹਾ ਹਾਂ ਭਗਵਾਨ ਜੀ, ਤੁਸੀਂ ਮੈਥੋਂ ਲੁਕੇ ਥੋੜ੍ਹੋ ਰਹੋਗੇ, ਮੈਂ ਤੁਹਾਨੂੰ ਹਰ ਤਰ੍ਹਾਂ ਕਰਕੇ ਪਹਿਚਾਨ ਲਿਆ ਹੈ। ਮੈਂ ਤਾਂ ਚੰਦੀ ਕਈ ਹਜ਼ਾਰ ਸੰਸਾਰ ਦੇ ਵਿੱਚ ਇੱਕ ਤੈਨੂੰ ਹੀ ਲਖਿਆ ਭਾਵ ਜਾਣਿਆ ਹੈ, ਜਾਂ ਇੱਕ ਲਖਾਨਾ ਕਈ ਹਜ਼ਾਰ ਜੋ ਜਗਤ ਹੈ, ਇਹ ਆਪ ਜੀ ਦਾ ਹੀ ਖਾਨਾ ਘਰ ਹੈ। ਇਹ ਪਾਤਸ਼ਾਹ ਮਹਾਰਾਜ, ਜਾਂ ਸਰੂਪ ਰੂਪੀ ਪਾ ਤਖਤ ਦੇ ਮਾਲਕ ਪਰਮੇਸ਼ਰ, ਅਸਾਂ ਨੇ ਤੈਨੂੰ ਇਹੋ ਜਿਹਾ ਜਾਣਿਆ ਹੈ ਕਿ ਤੁਸੀਂ ਹੀ ਸਿਆਮ ਰੰਗ ਵਾਲੇ ਵਿਸ਼ਨੂੰ ਕ੍ਰਿਸ਼ਨ ਆਦਿਕ ਅਵਤਾਰਾਂ ਨੂੰ ਧਾਰਨ ਕਰਦੇ ਹੋ, ਜਾਂ ਤੂੰ ਹੀ ਮਾਇਆ ਸਬਲ ਹੋ ਕੇ ਅਨੇਕਾਂ ਰੰਗਾਂ ਵਾਲਾ ਹੋ ਰਿਹਾ ਹੈ। ਫਿਰ ਜੋ ਅਸ ਘੋੜਿਆਂ ਦਾ ਪਤੀ ਭਾਵ ਸੂਰਜ, 14 ਰਤਨਾਂ ਵਿੱਚ ਉੱਚ ਸਰਵਾ ਘੋੜਾ ਸੂਰਜ ਨੂੰ ਮਿਲਿਆ ਸੀਗਾ। ਗਾਜਪਤ, ਗਜ ਹਾਥੀ ਦਾ ਪਤੀ ਭਾਵ ਮਾਲਕ ਅਰਥਾਤ ਐਰਾਵਤ ਹਾਥੀ ਦਾ ਮਾਲਕ ਇੰਦਰ, ਅਤੇ ਨਰਹਿ ਨਰਿੰਦ, ਨਰਾਂ ਦਾ ਨਰਿੰਦ ਰਾਜਾ ਭਾਵ ਕਬੀਰ ਜਿਹੜਾ ਭੰਡਾਰੀ ਹੈ, ਬ੍ਰਹਮਾ ਆਦਿਕ ਹਨ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਹੇ ਸਾਡੇ ਜਨਾਂ ਦੇ ਸੁਆਮੀ ਮਾਲਕ ਪਰਮਾਤਮਾ, ਤੂੰ ਇਹਨਾਂ ਉਪਰੋਕਤ ਦੇਵਤਿਆਂ ਆਦਿਕ ਦਾ ਵੀ ਅਮੀਰ ਪਾਤਸ਼ਾਹ ਹੈ ਅਤੇ ਮੁਕਤੀ ਦਾ ਦਾਤਾ ਹੈ। ਭਾਵ ਜੋ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਉਹ ਇਸ ਨਾਮਦੇਵ ਦਾ ਮਾਲਕ ਹੈ। ਭਗਤ ਨਾਮਦੇਵ ਜੀ ਦੇ ਐਸੇ ਪਿਆਰੇ ਬਚਨ ਸੁਣ ਕੇ
ਭਗਵਾਨ ਨੇ ਪ੍ਰਤੱਖ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੋ ਕੇ ਭਗਤ ਜੀ ਨੂੰ ਦਰਸ਼ਨ ਦਿੱਤੇ ਅਤੇ ਆਪਣੇ ਕੰਠ ਨਾਲ ਲਾ ਲਿਆ। ਫਿਰ ਇਸੇ ਸ਼ਬਦ ਦਾ ਦੂਸਰਾ ਭਾਵ ਇਸ ਪ੍ਰਕਾਰ ਸਮਝਣਾ। ਇਹ ਤਾਂ ਪ੍ਰਤੱਖ ਦਰਸ਼ਨਾਂ ਦੀ ਖੁਸ਼ੀ ਦੇ ਵਿੱਚ ਭਗਤ ਨਾਮਦੇਵ ਜੀ ਨੇ ਸ਼ਬਦ ਉਚਾਰਿਆ। ਜਦ ਮਹਾਰਾਜ ਨੇ ਆਵਾਜ਼ ਮਾਰੀ ਕਿ ਹੇ ਯਾਰਾ ਹਲ ਕੇ ਆ, ਛੇਤੀ ਆ, ਹਲ ਕੇ ਆ, ਛੇਤੀ ਆ, ਤਾਂ ਭਗਤ ਨਾਮਦੇਵ ਜੀ ਨੇ ਵਾਹਿਗੁਰੂ ਦਾ ਸਰੂਪ ਵੇਖ ਕੇ ਆਖਿਆ ਹਲੇ ਯਾਰਾ ਖੁਸ਼ਖਬਰੀ, ਨੀਕੀ ਤੇਰੀ ਬਗਾਰੀ, ਆਲੇ ਤੇਰਾ ਨਾਉ ਰਹਾਓ, ਕੁਜਾ ਆਮਦ ਕੁਜਾ ਰਫਤੀ, ਕੁਜਾ ਮੇਰਵੀ, द्वारका नगरी रास बगोई, खूब तेरी पगरी, मीठे तेरे बोल, द्वारका नगरी काहे के मगोल। इस द्वारका नगरी च मुगल का की काम होया? मुगल तो बड़ा कौड़ा बोलते ने ते पग होर तरह की बन्नते ने। तेरी पग भी बड़ी सोहनी है, किसी मुगल के नाल नहीं मिलती, होर ही तरीके नाल बन्नी हुई है ते दर्शन भी तेरे बड़े सुंदर ने, चेहरा दगदा करता है ते बोल भी तेरे मिठे ने। क्योंकि जिहड़ा परमात्मा अकाल पुरख वाहिगुरू है वो सबना दा सज्जन है ते बड़ा मिठा अते प्यारा बोलता है। साजनड़ा मेरा साजनड़ा, निकट खलोयड़ा मेरा साजनड़ा, जानियाड़ा हर जानियाड़ा, नैन अलोयड़ा हर जानियाड़ा, नैन अलोया घट घट सोया, आत अमृत भरेगूड़ा, नाल हुमंदा लह न सकंदा, स्वाऊ न जाने मूड़ा, ओशी मद माता, सो मिल न जाई परम तरा, कहो नानक गुर बिन नहीं सूझै, हर साजन सब कै निकट खड़ा। सो ऐसा परमात्मा वाहिगुरू है। दूजे अर्थ के द्वारा भगत नामदेव जी जीवां ताई काल पक्का नाश करता होया वेख के काल नूं मखौल करके ये फरमान करते हैं। प्यार नाल सुनो जी। दूसरा अर्थ हे काल रूपी यारा मित्रा, हे काल रूपी यारा मित्रा, हल किया खुशखबरी सुख सांद। भाव साडे भगत जनां दे हिरदे विच तेरा निवास नहीं हो सकता। सानू तुरिया पादी प्राप्त रूप खुशखबरी प्राप्त हुई है। तू सानू कुछ नहीं कह सकता है। मैं अपने प्रकाश रूप परमेश्वर दे ताई बलिहार कुर्बान जांदा। मैं मन बाणी शरीर करके बलिहार कुर्बान जांदा हाँ। ये काल तेरी परमेश्वर ने चंगी बिगार पाई हुई है। भाव एक पासे जीवां नूं पैदा करी जांदा ते दूजे पासे सारियां नूं लै करी जांदा है। इस बिगार दे विच परमेश्वर ने तैनूं पकड़िया होया है। परमेश्वर दे सन्मुख बिरती करके फरमाउंदे ने कि हे परमेश्वर तेरा जिहड़ा नाम है ये बहुत ही आले उत्तम अति सुंदर है। या जो भी तेरा नाम जपदे ने वो आकर के तेरे स्वरूप दे विच लै भाव भेद हो जाते हैं। विश्राम देकर फरमान करते ने हे काल तू कित्थे साडे पास आ सकदा है। तू गया भी कित्थे सी ते तू साथों भज के कित्थे जावेंगा। भाव साडे स्वरूप दे विच तेरी पहुँच नहीं है। साथों भज के भी तू कित्थे जावेंगा।
ਅਸੀਂ ਇਸ ਦੁਆਰਿਆਂ ਵਾਲੀ ਸ੍ਰੀ ਰੂਪ ਨਗਰੀ ਤੋਂ ਕਾਕ ਕੁਨੈਤ ਕਰਕੇ ਸੁਤੰਤਰ ਹੋਏ ਹਾਂ। ਭਾਵ 9 ਗੋਲਕਾਂ ਦੇ ਦੁਆਰਿਆਂ ਦਾ ਦਮਨ ਕਰਕੇ ਦੇਵ ਮਾਨ ਵੱਲੋਂ ਸੁਤੰਤਰ ਹੋ ਕੇ ਤੁਰੀਆ ਪਦ ਵਿੱਚ ਪਹੁੰਚੇ ਹਾਂ। ਇਹ ਕਾਲ ਇਸ ਰੂਪ ਦੇ ਵਿੱਚ ਤੇਰੀ ਪਹੁੰਚ ਨਹੀਂ ਹੈ। ਅਸੀਂ ਇਹ ਰਾਸ ਸੱਚ ਕਥਨ ਕੀਤਾ ਹੈ। ਤੇਰੀ ਪਗੜੀ ਮਿੱਠੇ ਤੇਰੇ ਬੋਲ। ਇਹ ਤੇਰੀ ਚਾਲ ਪਕੜੀ ਹੋਈ ਵੀ ਬਹੁਤ ਖੂਬ ਸੋਹਣੀ ਹੈ, ਜੋ ਮਨਮੁਖਾਂ ਦੇ ਤਾਈਂ ਮਾਰਦਾ ਹੈ, ਪਰ ਭਗਤ ਜਨਾਂ ਦੇ ਨਾਲ ਤੇਰੇ ਮਿੱਠੇ ਪਿਆਰੇ ਬੋਲ ਬਚਨ ਨੇ। ਭਾਵ ਭਗਤਾਂ ਨਾਲ ਪਿਆਰ ਦੇ ਵਿੱਚ ਬੋਲਦਾ ਹੈ। ਕਾ ਨਗਰੀ ਕਾਹੇ ਕੇ ਮਗੋਲ। ਹੇ ਕਾਲ ਰੂਪੀ ਮੁਗਲ, ਅਸੀਂ ਦੁਆਰਿਆਂ ਵਾਲੀ ਇਸ ਦੇਹ ਰੂਪੀ ਨਗਰੀ ਦਾ ਕਾਕ ਕੁਨੈਤ ਕੀਤਾ ਹੈ। ਭਾਵ ਇਸ ਇੰਦਰੀਆਂ ਦਾ ਦਮਨ ਕੀਤਾ ਹੈ, ਜਾਂ ਇਸੇ ਪ੍ਰਕਾਰ ਕਾ ਨਗਰੀ ਕਾਹੇ ਕੇ ਮਗੋਲ। ਜੋ ਸਾਡੀ ਤੁਰੀਆ ਪਦ ਰੂਪ ਦਵਾਰਕਾ ਨਗਰੀ ਹੈ, ਉੱਥੇ ਤੂੰ ਕਿਸ ਤਰ੍ਹਾਂ ਪਹੁੰਚ ਸਕਦਾ ਹੈ? ਭਾਵ ਨਹੀਂ ਪਹੁੰਚ ਸਕਦਾ। ਜੋ ਚੰਦੀ ਕਈ ਹਜ਼ਾਰ ਆਲਮ ਸੰਸਾਰ ਹੈ, ਉਸ ਦੇ ਵਿੱਚ ਮੈਂ ਏਕ ਲਖਾਨਾ, ਇੱਕ ਬ੍ਰਹਮ ਨੂੰ ਹੀ ਲਖਣਾ ਜਾਣਨਾ ਕੀਤਾ ਹੈ। ਹਮ ਚੀਨੀ ਪਾਤਸ਼ਾਹ ਸਾਂਵਲੀ ਵਰਨਾ। ਇਹ ਕਾਲ ਜੋ ਹਮ ਤਮਾਮ ਸ੍ਰਿਸ਼ਟੀ ਦਾ ਪਾਤਸ਼ਾਹ ਹੈ, ਉਹਨੇ ਆਪ ਹੀ ਤੈਨੂੰ ਸਾਹਮਣੇ ਕਾਲੇ ਰੰਗ ਵਾਲਾ, ਭਾਵ ਤਮੋ ਗੁਣ ਦੇ ਸਹਿਤ ਸ੍ਰਿਸ਼ਟੀ ਦੀ ਪਰਲੋ ਕਰਨ ਵਾਲਾ ਬਣਾ ਦਿੱਤਾ ਹੈ। ਇਸੇ ਪ੍ਰਕਾਰ ਚੀਨੀ ਪਾਤਸ਼ਾਹ ਸਾਂਵਲੀ ਵਰਨਾ। ਸੋ ਅਸੀਂ ਜਾਣਦੇ ਹਾਂ ਕਿ ਉਹਦੇ ਸਰੂਪ ਦੇ ਵਿੱਚ ਕਾਲੇ ਭਾਵ ਤਮੋ ਰਜੋ ਸਤੋ ਗੁਣ ਆਦਿਕ ਬਾਰ ਸ੍ਰੇਸ਼ਟ ਨਾ ਨਹੀਂ ਹਨ, ਅਰਥਾਤ ਉਹ ਇਹਨਾਂ ਗੁਣਾਂ ਤੋਂ ਅਤੀਤ ਸਰੂਪ ਹੈ। ਗਾਜ ਪਾਤ ਨਰਹਿ ਨਰਿੰਦਾ। ਇਹ ਕਾਲ ਤੂੰ ਅਸਪਤ ਘੋੜਿਆਂ ਦੇ ਪਤੀ ਭਾਵ ਸੂਰਜ, ਗਜਪਤ ਐਰਾਵਤ ਹਾਥੀ ਦਾ ਸੁਆਮੀ ਭਾਵ ਇੰਦਰ, ਅਤੇ ਨਰਾਂ ਦੇ ਰਾਜੇ ਭਾਵ ਕਬੀਰ ਭੰਡਾਰੀ ਬ੍ਰਹਮਾ ਆਦਿਕ, ਜਾਂ ਨਰ ਮਨੁੱਖ ਤੇ ਨਰਿੰਦ ਰਾਜੇ ਮਹਾਰਾਜੇ ਆਦਿਕ ਸਭ ਨੂੰ ਭਖਣ ਕਰ ਦਿੱਤਾ ਹੈ, ਜਾਂ ਭਖਣ ਕਰ ਰਿਹਾ ਹੈ। ਸੁਆਮੀ ਵੀਰ ਮੁਕਾਂਦਾ। ਭਗਤ ਨਾਮਦੇਵ ਜੀ ਆਂਦੇ ਨੇ ਕਿ ਪਰ ਮੇਰੇ ਜਨ ਦੇ ਸੁਆਮੀ ਮਾਲਕ ਮੀਰ ਪਾਤਸ਼ਾਹ ਨੇ ਮੈਨੂੰ ਮੁਕੰਦ ਮੁਕਤ ਕਰ ਦਿੱਤਾ ਹੈ, ਇਸ ਕਰਕੇ ਤੂੰ ਸਾਨੂੰ ਪੋਹ ਨਹੀਂ ਸਕਦਾ ਹੈ। ਆਗ ਸੂਹੀ ਸਾਧ ਸੰਗਤ ਜੀਓ, ਇਥੋਂ ਸੂਹੀ ਰਾਗ ਪ੍ਰਾਰੰਭ ਹੋਇਆ ਹੈ। ਭਾਈ ਕਾਹਨ ਸਿੰਘ ਜੀ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ ਸੂਹੀ ਇੱਕ ਰਾਗਣੀ ਹੈ, ਜਿਹਨੂੰ ਸੂਹਾ ਵੀ ਆਖਦੇ ਨੇ। ਇਹ ਕਾਫੀ ਠਾਠ ਦੀ ਸਾੜਵ ਰਾਗਣੀ ਹੈ। ਇਸ ਵਿੱਚ ਧੈਵਤ ਵਰਜਿਤ ਹੈ। ਧਾ ਸੂਹੀ ਨੂੰ ਗੰਧਾਰ ਅਤੇ ਨਿਸ਼ਾਦ ਕੋਮਲ ਨੇ, ਗਾ ਅਤੇ ਨੀ ਇਹ ਕੋਮਲ ਸੁਰਾਂ ਨੇ, ਬਾਕੀ ਸੁਰਾਂ ਸ਼ੁੱਧ ਨੇ। ਵਾਦੀ ਮੱਧਮ ਤੇ ਸੜਜ ਸਮਾਧੀ ਹੈ, ਯਾਨੀ ਜਾਦੀ ਬਾਕੀ ਮਾਂ ਸੁਰ ਲੱਗਦੀ ਹੈ, ਆਉਂਦੀ ਬਾਕੀ। ਸੋ ਜਿਹੜੀ ਸੜਜ ਸੁਰ ਹੈ ਉਹ ਲੱਗਦੀ ਹੈ। ਇਹਦੇ ਗਾਉਣ ਦਾ ਵੇਲਾ 2 ਘੜੀ ਦਿਨ ਚੜੇ ਹੈ। ਆਰੋਹੀ ਇਸ ਤਰ੍ਹਾਂ ਹੈ, ਸਾਰੇ ਗਾ ਮਾ ਪਾ ਨੀ ਧਾ ਨੀ ਸਾ। ਫਿਰ ਅਵਰੋਹੀ ਸਾ ਨੀ ਧਾ ਪਾ ਮਾ ਗਾ,
ਰੇਗਾ ਰੇਸਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗਣੀ ਦਾ 15ਵਾਂ ਸਥਾਨ ਹੈ। ਰਾਗਮਾਲਾ ਦੇ ਵਿੱਚ ਮੇਘ ਰਾਗ ਦੀ ਇਸਤਰੀ ਦੱਸੀ ਹੈ। ਊਚੈ ਸੁਰ ਸੂਹੋ ਪੁਨ ਕੀਨੇ, ਮੇਘ ਰਾਗ ਸਿਉ ਪੰਚੋ ਚੀਨੇ। ਕਈ ਸੰਗੀਤਕਾਰਾਂ ਨੇ ਇਸ ਦੇ ਆਰੋਹੀ ਅਵਰੋਹੀ ਵਾਦੀ ਸਮਾਂਦੀ ਤੇ ਮੁੱਖ ਅੰਗ ਇੰਜ ਵੀ ਦਰਸਾਏ ਨੇ। ਆਰੋਹੀ ਸਾਰੇ ਗਾਮਾ ਪਾਨੀ ਧਾਨੀ ਸਾ, ਅਵਰੋਹੀ ਸਾਨੀ ਧਾਗਾ ਨੀ ਕੋਮਲ ਮਾਂਗਾ ਰੇਗਾ ਰੇਸਾ। ਵਾਦੀ ਪਾ ਹੈ, ਸਮਾਧੀ ਸਾਹ ਹੈ, ਮੁੱਖ ਅੰਗ ਉੱਪਰਲਾ ਸਾ, ਫਿਰ ਨੀ ਕੋਮਲ ਨੀ ਪਾ ਮਾਂਗਾ ਰੇਗਾ ਮਾਂਗਾ ਰੇਸਾ। ਭਾਈ ਵੀਰ ਸਿੰਘ ਜੀ ਦੇ ਅਨੁਸਾਰ ਵੀ ਇੱਕ ਰਾਗਣੀ ਹੈ ਜੋ ਗੁਰੂ ਘਰ ਦੇ ਗੁਰਮਤਿ ਸੰਗੀਤ ਦੇ ਵਿੱਚ ਭੈਰਵ, ਸ੍ਰੀ ਰਾਗ, ਸਾਰੰਗ, ਕਾਨੜਾ ਦੇ ਮੇਲ ਤੋਂ ਬਣੀ ਹੈ ਅਤੇ ਮੇਘ ਦੀ ਛਾਇਆ ਸਮੇਤ ਹੈ। ਹੋਰਨਾਂ ਮੱਤਾਂ ਦੇ ਵਿੱਚ ਭੈਰਵ ਦੀ ਨੂੰਹ ਹੈ ਅਤੇ ਦਿਨ ਦੇ ਤੀਜੇ ਪੈਰ ਗਾਈ ਜਾਂਦੀ ਹੈ। ਇਸ ਰਾਗ ਦੇ ਵਿੱਚ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਉਪਰੰਤ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਸ਼ੇਖ ਫਰੀਦ ਜੀ ਦੀ ਬਾਣੀ ਅੰਕਿਤ ਹੈ। ਪੋਠੋਹਾਰ ਦੇ ਵਿੱਚ ਇਸ ਪ੍ਰਕਾਰ ਬੋਲਦੇ ਨੇ ਜਿਵੇਂ ਕਿ ਸੂਹੀ ਕਰਾਈ ਕੇ ਦਿੱਤਾ ਨੇ, ਸੂਹੀ ਕਰਾਈ ਕੇ ਦਿੱਤਾ ਨੇ, ਭਾਵ ਨੂੰ ਪਹਿਲੀ ਵਾਰ ਮੱਥਾ ਟਿਕਾਈ ਕੀ ਦਿੱਤਾ ਹੈ। ਜਾਪਦਾ ਕਿ ਸੂਹ ਕਰਨੀ, ਵਾਕਫੀ ਕਰਨੀ, ਕਿਸੇ ਨਾਲ ਪਹਿਲੀ ਵਾਰ ਮੁਲਾਕਾਤ ਹੋਣੀ ਜਾਂ ਕਿਸੇ ਔਰਤ ਦਾ ਆਪਣੇ ਘਰ ਦੇ ਕਿਸੇ ਬਜ਼ੁਰਗ ਅੱਗੇ ਮੱਥਾ ਟੇਕਣ ਦੇ ਕਰਮ ਨੂੰ ਪੋਠੋਹਾਰੀ ਬੋਲੀ ਵਿੱਚ ਸੂਹੀ ਜਾਂ ਸੂਹੀਆ ਕਹਿੰਦੇ ਨੇ। ਇੰਜ ਗੁਰੂ ਪਿਆਰੀ ਸਾਧ ਸੰਗਤ ਜੀਓ, ਸੂਹੀ ਰਾਗ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਸ਼ਬਦ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੁਭ ਆਰੰਭਤਾ ਕਰ ਰਹੇ ਨੇ। ਸਭ ਤੋਂ ਪਹਿਲਾਂ ਜੋ ਵਾਹਿਗੁਰੂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੂੰ ਮਹਾ ਮੰਤਰ ਮਿਲਿਆ, ਇਹ ਮਹਾ ਮੰਤਰ ਉਚਾਰਨ ਕਰ ਰਹੇ ਨੇ ਮੰਗਲ ਰੂਪ ਦੇ ਵਿੱਚ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਹੈ। ਸਭ ਸ੍ਰਿਸ਼ਟੀ ਦਾ ਕਰਤਾ ਰਚੈਤਾ, ਪੁਰਖ ਸਭ ਥਾਈਂ ਪਰਿਪੂਰਨ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਕਾਲ ਤੋਂ ਰਹਿਤ, ਮੂਰਤ ਉਹਦੀ ਹਸਤੀ ਹੈ ਅਤੇ ਜੂਨਾਂ ਤੋਂ ਰਹਿਤ ਹੈ। ਸੁਤੇ ਪ੍ਰਕਾਸ਼ ਰੂਪ ਹੈ। ਗੁਰ ਚੇਤਨ ਅਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਾਵ ਜੀ ਐਸੇ ਵਿਸ਼ੇਸ਼ਣਾ ਵਾਲੇ ਵਾਹਿਗੁਰੂ ਨੂੰ ਮਿਲਣਾ ਹੋਵੇ ਤਾਂ ਗੁਰੂ ਦੀ ਪ੍ਰਾਪਤੀ ਹੋਣੀ ਜ਼ਰੂਰੀ ਹੈ। ਗੁਰੂ ਦਾ ਅੰਮ੍ਰਿਤ ਛਕਣਾ ਜ਼ਰੂਰੀ ਹੈ। ਗੁਰਦੁਆਰੇ ਆਉਣਾ ਜ਼ਰੂਰੀ ਹੈ। ਗੁਰੂ ਧਾਰਨ ਕਰਨਾ ਅਤੀ ਲਾਜ਼ਮੀ ਹੈ। ਫਿਰ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਗੁਰੂ ਦੀ ਕਿਰਪਾ ਨਾਲ ਹੀ ਉਹ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੱਖਣ ਦੇਸ਼ ਵਿੱਚ ਗਏ ਸਨ, ਉੱਥੇ ਸਿੱਧਾਂ ਦੇ ਇੱਕ ਪੀਰ ਨਾਮੇ ਤੀਰਥ ਦੇ ਉੱਪਰ ਸਿੱਧਾਂ ਨੇ ਗੁਰੂ ਸਾਹਿਬ ਜੀ ਨਾਲ ਚਰਚਾ ਕਰਦਿਆਂ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ, ਅਸੀਂ ਹਠ ਜੋ ਕਰਦੇ ਹਾਰ ਗਏ ਹਾਂ, ਤੁਸੀਂ ਕਿਰਪਾ ਕਰਕੇ ਜੀਵਨ ਦੀ ਸਫਲਤਾ ਦਾ ਉਪਦੇਸ਼ ਬਖਸ਼ੋ। ਤਦ ਸਤਿਗੁਰਾਂ ਨੇ ਦੁੱਧ ਰਿੜਕਣ ਦੇ ਰੂਪਕ ਅਲੰਕਾਰ ਦੁਆਰਾ ਇਹ ਜੋ ਪਾਵਨ ਸ਼ਬਦ ਹੈ ਉਚਾਰਨ ਕਰਕੇ
ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਪਿਆਰ ਦੇ ਨਾਲ ਸੁਣੋ। ਭਾਰਤ ਦੇ ਪੁਰਾਤਨ ਵਿਦਵਾਨਾਂ ਨੇ ਕਾਰਜਾਂ ਦੀ ਸਿੱਧੀ ਵਾਸਤੇ ਮਨੁੱਖੀ ਸਮਾਜ ਨੂੰ 4 ਵਰਨਾਂ ਅਤੇ 4 ਆਸ਼ਰਮਾਂ ਦੇ ਵਿੱਚ ਵੰਡਿਆ ਸੀ। ਸੰਨਿਆਸ ਨੂੰ ਹੀ ਪ੍ਰਧਾਨ ਮੰਨਿਆ ਸੀ ਕਿ ਸੰਨਿਆਸ ਧਾਰਨ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਗ੍ਰਸਥ ਆਸ਼ਰਮ ਨੂੰ ਬਾਕੀ ਆਸ਼ਰਮਾਂ ਦੇ ਨਾਲੋਂ ਮਾੜਾ ਅਤੇ ਗਲੀਜ ਸਮਝ ਕੇ ਪਰਮਾਰਥ ਦੇ ਰਸਤੇ ਵਿੱਚ ਭਾਰੀ ਰੁਕਾਵਟ ਵਾਲਾ ਜਾਣਿਆ ਤੇ ਕਿਹਾ ਕਿ ਇਸ ਵਿੱਚ ਫਸੇ ਮਨੁੱਖ ਨੂੰ ਉੱਕਾ ਹੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਹੀ ਪ੍ਰੇਰਨਾ ਨੇ ਭਰਤੀ ਅਤੇ ਗੋਪੀ ਚੰਦ ਵਰਗੇ ਰਾਜਿਆਂ ਨੂੰ ਰਾਜ ਭਾਗ ਦੇ ਸੁੱਖ ਤੋਂ ਵਾਂਝਾ ਕਰਕੇ ਕੰਨ ਪੜਵਾ ਕੇ ਜੰਗਲਾਂ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ। ਬਨਵਾਸੀ ਬਣ ਕੇ ਗਲ ਦੇ ਵਿੱਚ ਖਫਣੀ, ਹੱਥ ਵਿੱਚ ਡੰਡਾ, ਮੋਢੇ ਤੇ ਝੋਲੀ ਪਾ ਕੇ ਡੰਡ ਕਮੰਡਲ ਮੋਢੇ ਭਾਰ, ਜੋਗ ਨਹੀਂ ਹੈ ਕਰਮਾਂ ਦੀ ਮਾਰ। ਭਿੱਖਿਆ ਮੰਗ ਕੇ ਅਖੀਰ ਉਹਨਾਂ ਨੂੰ ਦੁਖੀ ਹੋ ਕੇ ਰੋਣਾ ਹੀ ਪਿਆ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭਿੱਖਿਆ ਜਾਏ। ਮੰਦ ਵੈਰਾਗ ਜਾਂ ਕਾਰਨ ਵੈਰਾਗ ਦੀ ਹਾਲਤ ਵਿੱਚ ਘਰ ਤੇ ਆ ਕੇ ਜੰਗਲ ਦੇ ਫਲ ਫੁੱਲ ਖਾਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਤਾਂ ਕੀ ਹੋਣੀ, ਸਗੋਂ ਵਿਕਾਰ ਵੀ ਨਹੀਂ ਮਿਟਦੇ। ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਬੇਕਾਰ ਨਾ ਛੋਡਈ, ਪਾਪੀ ਮਨ ਮੰਦਾ। ਐਸੀ ਹਾਲਤ ਬਣੀ ਰਹਿੰਦੀ ਹੈ। ਬੇਅੰਤ ਐਸੇ ਰਿਖੀ ਮੁਨੀ, ਸ੍ਰਿੰਗੀ ਰਖੀ, ਸੌਰਵ ਰਖੀ, ਜੈਮਨ ਮੁਨੀ, ਨਾਰਦ ਮੁਨੀ ਆਦਿਕ ਹੋਏ ਨੇ, ਜਿਨ੍ਹਾਂ ਨੂੰ ਮਨ ਦੀ ਐਸੀ ਅਵਸਥਾ ਹੋਣ ਕਰਕੇ ਪਛਤਾਉਣਾ ਹੀ ਪਿਆ। ਤਾਂ ਹੀ ਸਤਿਗੁਰੂ ਜੀ ਨੇ ਫਰਮਾਇਆ ਹੈ, ਇਸ ਭਿੱਖੈ ਥਾਮੋਂ ਗਿਰਹੁ ਭਲਾ, ਜਿੱਥੋਂ ਕੋ ਵਰਸਾਏ। ਕਿ ਘਰ ਬਾਰ ਨੂੰ ਛੱਡ ਕੇ ਜੰਗਲ ਵਿੱਚ ਜਾਣ ਦੀ ਤਾਂ ਲੋੜ ਹੈ ਜੇਕਰ ਰੱਬ ਕਿਤੇ ਜੰਗਲ 'ਚ ਕੁਟੀਆ ਬਣਾਈ ਬੈਠਾ ਹੋਵੇ, ਜਦ ਕਿ ਉਹਨੂੰ ਸ਼ਬਦ ਵਿੱਚ ਸੁਰਤ ਜੋੜ ਕੇ ਅੰਦਰੋਂ ਹੀ ਪ੍ਰਾਪਤ ਕਰਨਾ, ਤਾਂ ਫਿਰ ਬਾਹਰ ਜਾਣ ਦੀ ਕੀ ਲੋੜ ਹੈ। ਇਸੇ ਲਈ ਤਾਂ ਜੰਗਲਾਂ 'ਚ ਭਟਕਣ ਨੂੰ ਭਗਤ ਫਰੀਦ ਜੀ ਨੇ ਨਿਰਾਰਥ ਕਿਹਾ। ਫਰੀਦਾ ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਡਾ ਮੋੜੇ ਹੈ, ਵਸੀ ਰਬ ਹਿਆਲੀ ਹੈ, ਜੰਗਲ ਕਿਆ ਟੂਡੇ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਈ ਸੰਗ ਸਮਾਈ ਰਹਾਉ। ਉਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਕਾਟੀ ਹੀ ਖੋਜੋ ਭਾਈ। ਹਉਮੈ ਦੀ ਨਿਵਰਤੀ ਹੋਣ ਅਤੇ ਨਾਮ ਦੇ ਹਿਰਦੇ ਵਿੱਚ ਵਸਣ ਤੋਂ ਹੀ ਉਹਦੀ ਪ੍ਰਾਪਤੀ ਹੋਣੀ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਜਦ ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ ਇਤਿਆਦਿਕ। ਬਾਹਰਲੇ ਸਾਰੇ ਰਸਾਂ ਤੋਂ ਨਿਰਾਸ਼ ਹੋਣ ਕਰਕੇ ਵਾਹਿਗੁਰੂ ਨਾਮ ਹਿਰਦੇ ਵਿੱਚ ਵਸ ਕੇ ਪ੍ਰਕਾਸ਼ ਕਰੇਗਾ, ਉਦੋਂ ਅੰਦਰੋਂ ਹੀ ਪਰਮੇਸ਼ਰ ਸਾਖਿਆਤ ਹੋ ਜਾਏਗਾ। ਇਸ ਲਈ ਲੋੜ ਹੈ ਰਸਾਂ ਤੋਂ ਨਿਰਲੇਪ ਰਹਿ ਕੇ ਮਨ ਵਿੱਚ ਨਾਮ ਵਸਾਉਣ ਦੀ, ਨਾ ਕਿ ਜੰਗਲਾਂ ਦੇ ਵਿੱਚ ਐਵੇਂ ਭਟਕਣ ਦੀ। ਇਸੇ ਕਰਕੇ ਸਤਿਗੁਰੂ ਜੀ ਨੇ ਕਿਹਾ ਹੈ, ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਆਪ ਨਿਰਲੇਪ ਰਹੇ ਤੇ ਗੁਰਸਿੱਖਾਂ ਨੂੰ ਵੀ ਘਰ ਦੇ ਵਿੱਚ ਹੀ ਰਹਿ ਕੇ ਨਿਰਲੇਪ ਰਹਿਣ ਦਾ ਉਪਦੇਸ਼ ਬਖਸ਼ਿਆ ਅਤੇ ਕਿਹਾ, ਜੋਗ ਨਾ ਭਗਵੀ ਕਪੜੀ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜਦ ਸਮੇਰ ਪਰਬਤ ਤੇ ਸਿੱਧਾ ਨੇ ਗੋਸ਼ਟ ਕੀਤੀ, ਤਾਂ ਭੰਗਰਨਾਥ ਬੜਾ ਵਿਗੜਿਆ ਹੋਇਆ ਜੋਗੀ ਸੀਗਾ। ਇਹਦਾ ਨਾਮ ਹੀ ਭੰਗਰਨਾਥ ਹੀ ਹੈ, ਸੁਭਾਅ ਵੀ ਇਹਦਾ ਭੰਗਰ ਹੀ ਸੀ। ਕਹਿਣ ਲੱਗਾ, ਪੁੱਛੇ ਜੋਗੀ ਭੰਗਰਨਾਥ, ਤੋ ਇਹ ਦੁੱਧ ਵਿੱਚ ਕਿਉਂ ਕਾਂਜੀ ਪਾਈ।
ਭੰਗਰ ਨਾਥ ਜੋਗੀ ਪੁੱਛਣ ਲੱਗਾ ਕਿ ਹੇ ਗੁਰੂ ਨਾਨਕ, ਤੂੰ ਦੁੱਧ ਵਿੱਚ ਕਾਂਜੀ ਕਿਉਂ ਪਾ ਦਿੱਤੀ ਹੈ? ਫਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਹੁਣ ਤਾਂ ਦੁੱਧ ਦਾ ਮਟਕਾ ਫਿਟਕ ਗਿਆ, ਫੁੱਟ ਗਿਆ। ਰਿੜਕਣ ਨਾਲ ਮੱਖਣ ਕੀ ਨਿਕਲਣਾ ਜੇ ਦੁੱਧ ਹੀ ਫੁੱਟ ਗਿਆ? ਜਾਂ ਦਹੀਂ ਹੀ ਨਹੀਂ ਜੰਮੂਗਾ, ਫੁੱਟੇ ਦੁੱਧ ਤੇ ਦਹੀਂ ਥੋੜ੍ਹਾ ਜੰਮਣਾ, ਉਹਦਾ ਪਾਣੀ ਵੱਖਰਾ ਹੋ ਜਾਂਦਾ। ਉਹਦੇ ਕਹਿਣ ਦਾ ਮਤਲਬ ਸੀਗਾ ਵੀ ਤੁਸੀਂ ਚੋਲਾ ਤਾਂ ਪਾਇਆ ਸੰਨਿਆਸੀਆਂ ਵਾਲਾ, ਹੈ ਤੁਸੀਂ ਘਰ ਵਾਲੀ ਤੇ ਬੱਚਿਆਂ ਵਾਲੇ। ਮਤਲਬ ਸੰਨਿਆਸ ਦੇ ਚਾਟੇ ਵਿੱਚ ਸੰਸਾਰੀ ਰੀਤ ਦੀ ਤੁਸੀਂ ਕਾਂਜੀ ਪਾ ਦਿੱਤੀ ਹੈ। ਹੁਣ ਗਿਆਨ ਦਾ ਮੱਖਣ ਨਹੀਂ ਨਿਕਲੇਗਾ ਤੇ ਨਾ ਹੀ ਮੁਕਤੀ ਹੋਵੇਗੀ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ? ਉਦਾਸੀ ਭੇਖ ਲਾ ਕੇ ਤੂੰ ਫਿਰ ਕਿਉਂ ਸੰਸਾਰ ਦੀ ਰੀਤ ਚਲਾ ਦਿੱਤੀ? ਪਹਿਲਾਂ ਸੰਨਿਆਸੀ ਬਣਿਆ ਤੇ ਮੁੜ ਕੇ ਫਿਰ ਹੁਣ ਕਰਤਾਰਪੁਰ ਦੇ ਵਿੱਚ ਘਰ ਵਾਲੀ ਤੇ ਬੱਚੇ ਲੈ ਕੇ ਖੇਤੀ ਕਰਨ ਲੱਗ ਪਿਆ। ਤਾਂ ਅੱਗੋਂ ਨਾਨਕ ਆਕੇ ਭੰਗਰ ਨਾਥ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਭੰਗਰ ਨਾਥ ਜੋਗੀ, ਤੂੰ ਬੜਾ ਵਿਗੜਿਆ ਹੋਇਆ ਹੈ। ਤੇਰੀ ਮਾਂ ਕੁਚਜੀ ਆਹੀ, ਜਿਹੋ ਜੇ ਕੋਕੋ ਉਹੋ ਜੇ ਬੱਚੇ। ਤੇਰੀ ਮਾਂ ਹੀ ਕੁਚਜੀ ਸੀਗੀ, ਮਤਲਬ ਤੇਰੀ ਬੁੱਧੀ ਖਰਾਬ ਹੈ। ਜਿੰਨੇ ਭਾਂਡਾ ਤੋਏ ਨਾ ਜਾਤੀ ਹੋਣ, ਭਾਈ ਕੁਚਜੇ ਫੁੱਲ ਸੜਾਈ। ਉਹਨੇ ਹਿਰਦੇ ਦਾ ਭਾਂਡਾ ਧੋਣਾ ਜਾਣਿਆ ਹੀ ਨਹੀਂ, ਮਤਲਬ ਝੂਠੀ ਨੇ ਤੈਨੂੰ ਜੰਮਤਾ। ਮਾਂ ਨੂੰ ਚਾਹੀਦਾ ਵੀ ਆਪਦਾ ਜੋ ਜੰਮਣ ਵਾਲਾ ਭਾਂਡਾ ਉਹ ਪਹਿਲਾਂ ਸਾਫ਼ ਤਾਂ ਕਰੇ। ਉਹ 'ਚ ਗਲਤ ਮਲਤ ਫੁਰਨੇ ਵਸ ਰਹੇ ਨੇ, ਪਾਪ ਉਪਦਰਵ ਬੜਾ ਕੁਛ, ਔਗਣ ਵਿਕਾਰ। ਤੋ ਇਸ ਵਾਸਤੇ ਉਹਨੇ ਤੇਰੀ ਵੀ ਬੁੱਧੀ ਖਰਾਬ ਕਰਤੀ। ਤੇਰਾ ਵੀ ਹਿਰਦੇ ਦਾ ਭਾਂਡਾ ਉਹਨੇ ਧੋਤਾ ਨਹੀਂ। ਭੇਖ ਰੂਪ ਕੁਚੱਜੇ ਭਾਵ ਨਾਲ ਦੁੱਧ ਨੂੰ ਸਾੜ ਬੈਠੀ ਹੈ। ਇਹ ਸ਼ਬਦ ਦੇ ਵਿੱਚ ਦੁੱਧ ਦਾ ਹੀ ਦ੍ਰਿਸ਼ਟਾਂਤ ਹੈ ਕਿ ਦੁੱਧ ਲੈਣ ਕਿਵੇਂ ਜਾਣਾ ਹੈ, ਭਾਂਡੇ ਨੂੰ ਕਿਵੇਂ ਧੋਣਾ ਹੈ, ਉਹ ਤੋਂ ਬਾਅਦ ਜਾਗ ਲਾਉਣੀ ਹੈ, ਦਹੀਂ ਜਮਾਉਣਾ ਹੈ, ਫਿਰ ਮੱਖਣ ਕਿਵੇਂ ਕੱਢਣਾ ਹੈ। ਮੱਖਣ ਕੱਢਾਂਗੇ ਤਾਂ ਘਿਓ ਨਿਕਲੂਗਾ, ਤਾਂ ਫਿਰ ਉਹ ਕੁੱਜੇ 'ਚ ਪਾ ਕੇ ਠਾਕੁਰਾਂ ਦੀ ਪੂਜਾ ਕਰਨ ਜਾਂਦੇ ਨੇ। ਕੁਚੱਜਾ ਭਾਵ ਕੀ ਹੈ? ਮਹਾਰਾਜ ਕਹਿੰਦੇ, ਹੇ ਭੰਗਰ ਨਾਥ ਜੋਗੀ, ਹੋਏ ਅਤੀਤ ਗ੍ਰਸਤ ਤਜ, ਫਿਰ ਉਣ ਕੇ ਕਰ ਮੰਗਣ ਜਾਈ। ਵਿਰਕਤ ਹੋ ਕੇ ਗ੍ਰਸਤ ਨੂੰ ਛੱਡ ਕੇ ਫਿਰ ਉਹਨਾਂ ਸੰਸਾਰੀਆਂ ਦੇ ਘਰ ਤੁਸੀਂ ਮੰਗਣ ਚੜ੍ਹ ਪੈਂਦੇ ਹੋ ਤੇ ਮੂੰਹ ਨਾਲ ਗ੍ਰਸਤੀਆਂ ਦੀ ਨਿੰਦਿਆ ਕਰਦੇ ਹੋ। ਰੋਟੀਆਂ ਪੱਕੀਆਂ ਬੀਬੀਆਂ ਦੇ ਹੱਥਾਂ ਦੀਆਂ ਖਾਂਦੇ ਹੋ ਤੇ ਕਹਿੰਦੇ ਹੋ ਵੀ ਬੀਬੀਆਂ ਮਾੜੀਆਂ ਨੇ, ਨਿੰਦਿਆ ਕਰਦੇ ਹੋ ਇਸਤਰੀ ਜਾਤ ਦੀ। ਤੈਨੂੰ ਜੰਮਣ ਵਾਲੀ ਵੀ ਤਾਂ ਮਾਂ ਹੀ ਸੀਗੀ, ਉਹ ਬੰਦਾ ਤਾਂ ਨਹੀਂ ਸੀਗਾ। ਤੇ ਇਸ ਵਾਸਤੇ ਬੰਦਾ ਪੁੱਛੇ ਵੀ ਜਨਾਨੀ ਤੋਂ ਹੀ ਤੇਰਾ ਜਨਮ ਹੋਇਆ ਤੇ ਤੂੰ ਕਿਉਂ ਭੱਜਾ ਫਿਰਦਾ ਹੈ? ਬਿਨ ਦਿੱਤੇ ਕਛ ਹੱਥ ਨ ਆਈ। ਮੰਗਣ ਦੇ ਨਾਲ ਨਹੀਂ ਕੱਖ ਮਿਲਦਾ। ਜੇ ਗ੍ਰਸਤੀ ਬਣੋਗੇ, ਕੋਈ ਛਾਪ ਕਿਰਤ ਕਰਕੇ ਆਪ ਦਾ ਗੁਜ਼ਾਰਾ ਕਰੋਗੇ, ਤਾਂ ਹੀ ਕਿਸੇ ਨੂੰ ਖਵਾ ਸਕੋਗੇ, ਦੇ ਸਕੋਗੇ। ਜੇ ਵਿਹਲੇ ਬੈਠੇ ਰਹੇ ਟਿੰਡ ਬਣਾ ਕੇ ਪੈਰ ਦੀ ਅੱਡੀ ਦੇ ਵਾਂਗ ਠੋਡੀ ਕੱਢ ਕੇ, ਨਾਰ ਮੋਈ ਕਰ ਸੰਪਤ ਨਾਸੀ, ਮੂੰਡ ਮੰਡਾਏ ਭਇਓ ਸੰਨਿਆਸੀ। ਘਰ वाली मर गई, हम जी सन्यासी होते हैं। सिर मुँह बना के ते मंगन लग पे। ਤੁਹਾਨੂੰ पता होना चाहिए है भी जिन्हां दे घरों मंग के खांदे हो, वो अगे परलोक दे विच कहंदे दरगह लेखा मंगी है, किस किस उत्तर दिओ। तुसी जिम्मेवारियां चुकदे हो ना, वार दिंदे हो भी जाओ तुहाडे घर बच्चा हो जाए, जाओ तुहाडा मुंडा बाहर चला जाए, जाओ तुहाडी मझ मिल पे। वो मूर्खा, आप तो तू जपजी साहब पढ़िया नहीं, नकमिया। वो बीबी नूं ही कह दे, गृहस्थियां नूं कह दे भी दुध गुरुद्वारे चढ़ाओ संगत नूं, ते जाके उत्थे अरदास करो, नाल जपजी साहब दा पाठ करो, मझ नूं भी सुनाओ जपजी साहब दा पाठ। पेड़ा कर कर दई जाना ते वर दई जाने। वो बेड़ा आप दा तां पहलां ही करके आ ते दूजे नूं भी दूजे पासे लै जाना।
ਉਹ ਜਿਹੜੇ ਤੂੰ ਵਰ ਸ਼ਰਾਬ ਦਿੰਦਾ ਹੈ ਉਹ ਸਾਰੇ ਲੋਕ ਲੇਖਾ ਮੰਗਣਗੇ ਵੀ ਖਾ ਪੀ ਕੇ ਝੂਠ ਬੋਲਦਾ ਰਿਹਾ, ਸਵਾਰਿਆ ਤਾਂ ਕੁਛ ਹੈ ਨਹੀਂ। ਇਸ ਲਈ ਕਿਹਨੂੰ ਕਿਹਨੂੰ ਜਵਾਬ ਦੇਂਗਾ। ਬਿਨ ਦਿੱਤੇ ਕਾ ਛੱਤ ਨਾਈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਦਿੱਤੇ ਤੋਂ ਬਿਨਾਂ ਕੁਝ ਹੱਥ ਨਹੀਂ ਜੀ ਆਉਂਦਾ। ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਬਤ ਲਿਖਿਆ ਹੈ ਕਿ ਲੋਕ ਵੇਖ ਵੇਖ ਕੇ ਹੈਰਾਨ ਨੇ। ਅੱਜ ਵੀ ਦੁਨੀਆ ਦੇ ਮੂੰਹ 'ਚ ਉਂਗਲਾਂ ਪੈਂਦੀਆਂ ਨੇ ਦਰਬਾਰ ਸਾਹਿਬ ਜਦ ਲੋਕ ਜਾਂਦੇ ਨੇ ਨਾ। ਮੈਂ ਹਫ਼ਤਾ ਕੀ ਪਹਿਲਾਂ ਵੇਖਿਆ ਕਿ 2 ਲੈਂਪ ਕਿਸੇ ਅਮੀਰ ਗੁਰਮੁਖ ਗੁਰਸਿੱਖ ਨੇ ਭੇਟਾ ਕੀਤੇ ਨੇ ਹਰਿਮੰਦਰ ਸਾਹਿਬ। ਪਹਿਲਾਂ ਹਰਿਮੰਦਰ ਸਾਹਿਬ ਸੋਨਾ ਨਹੀਂ ਸੀ ਲੱਗਾ ਹੁੰਦਾ। ਜਦ ਸਿੱਖਾਂ ਦਾ ਰਾਜ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ, ਮਨਾ ਤੂੰ ਤਾਂ ਨਿਕੰਮਾ ਬੰਦਾ, ਤੈਨੂੰ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਨੇ ਰਾਜਾ ਬਣਾਇਆ ਤੇ ਕੁਝ ਗੁਰੂ ਘਰ ਦੀ ਵੀ ਸੇਵਾ ਕਰ। ਉਹਨੇ ਸੋਨਾ ਲਵਾਇਆ ਸੀਗਾ। ਫਿਰ ਉਹਦੇ ਤੋਂ ਬਾਅਦ ਮਹਾਰਾਜਾ ਖੜਗ ਸਿੰਘ, ਕੰਵਰ ਨਿਹਾਲ ਸਿੰਘ, ਜਦੋਂ ਵੀ ਸਿੰਘ ਜੰਗ ਜਿੱਤ ਕੇ ਆਉਂਦੇ ਤੇ ਕਦੀ ਪਰਿਕਰਮਾ ਪੱਕੀਆਂ ਕਰਾ ਦੇਣੀਆਂ, ਕਦੀ ਤਰਨ ਤਾਰਨ ਦੀ ਸੇਵਾ ਕਰਾਤੀ, ਕਦੀ ਹਜ਼ੂਰ ਸਾਹਿਬ ਨੂੰ ਜ਼ਮੀਨ ਲਾਤੀ, ਉੱਥੇ ਸੇਵਾ ਕਰਾਤੀ, ਕਦੀ ਨਨਕਾਣਾ ਸਾਹਿਬ। ਤੇ ਸਭ ਤੋਂ ਪਹਿਲਾਂ ਦਿੱਲੀ ਫਤਿਹ ਕੀਤੀ। ਸਿੱਖ ਸਰਦਾਰਾਂ ਨੇ ਦਿੱਲੀ ਦੇ ਸਾਰੇ ਗੁਰਦੁਆਰੇ ਬਣਾਏ ਜਿੰਨੇ ਟੋਟਲ ਸੀਗੇ। ਸਰਦਾਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਸਰਦਾਰ ਬਘੇਲ ਸਿੰਘ, ਇਹਨਾਂ ਸਰਦਾਰਾਂ ਨੇ ਬੜੀ ਸੇਵਾ ਕੀਤੀ ਹੈ। ਪਹਿਲੀ ਵਾਰ ਮੁਗਲਾਂ ਨੂੰ ਜਿੱਤ ਕੇ ਫਿਰ ਰਾਜ ਵਾਪਸ ਕਰਤਾ। ਉਹ ਨਸੀਰੂ ਦੀ ਬੇਗਮ ਭੈਣ ਬਣ ਗਈ। ਬਦੋ ਬਦੀ ਧੱਕੇ ਨਾਲ ਹੀ ਵੀ ਮੈਂ ਤੁਹਾਡੀ ਭੈਣ। ਸਿੰਘ ਤਾਂ ਉਹੀ ਮਾਈਆਂ ਬੀਬੀਆਂ ਨੂੰ ਭੈਣਾਂ ਬੀਬੀਆਂ ਕਹਿੰਦੇ ਨੇ। ਉਹ ਧੱਕੇ ਨਾਲ ਰਾਜ ਲੈ ਗਈ। ਕਹਿੰਦੇ ਵੀਰੋ ਮੇਰੀ ਹੱਥ ਬੰਨ ਕੇ ਬੇਨਤੀ ਵੀ ਮੈਨੂੰ ਰਾਜ ਭਿੱਖਿਆ 'ਚ ਦੇ ਦਿਓ। ਕਹਿੰਦੇ ਬੀਬੀ ਭੈਣਾਂ ਗੱਲ ਇਸ ਤਰ੍ਹਾਂ, ਫਿਰ ਗੁਰਦੁਆਰੇ ਬਣਾਉਣੇ ਆ, ਸਾਨੂੰ ਜਗ੍ਹਾ ਦੇ। ਰਾਜ ਤੁਸੀਂ ਕਰਦੇ ਰਹੋ, ਆਪਾਂ ਰਾਜ ਕੀ ਕਰਨਾ, ਆਪਾਂ ਦੀਵਾਲੀ ਵੇਖਦੇ ਹਾਂ। ਇਉਂ ਗੁਰਦੁਆਰਿਆਂ ਦੀ ਜਗ੍ਹਾ ਅਲਾਟ ਕਰਾ ਲਈ ਜਿੱਥੇ ਜਿੱਥੇ ਮਹਾਰਾਜ ਦੇ ਅਸਥਾਨ ਸੀ। ਚਾਂਦਨੀ ਚੌਂਕ ਦੇ ਵਿੱਚ ਉਹ ਸਾਰੀ ਸਰਕਾਰੀ ਜ਼ਮੀਨ ਸੀਗੀ, ਉੱਥੇ ਕੋਤਵਾਲੀ ਸੀਗੀ ਤੇ ਉੱਥੇ ਰਕਾਬਗੰਜ ਸਾਹਿਬ, ਸਾਰੀਆਂ ਜਗ੍ਹਾ ਲੈ ਕਰਕੇ ਤੇ ਗੁਰਦੁਆਰੇ ਸਾਹਿਬ ਉਹ ਸਾਰੇ। ਇਹ ਸੋਨਾ ਲਵਾਉਣ ਦੀ ਜਾਂ ਕੀਮਤੀ ਚੀਜ਼ਾਂ ਚੜਾਉਣ ਦੀ ਸੇਵਾ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਤੇ ਸਿੱਖ ਸਰਦਾਰਾਂ ਨੇ ਜਦ ਜੰਗਾਂ ਜਿੱਤੀਆਂ ਉਹਨਾਂ ਤੋਂ ਪ੍ਰਾਰੰਭ ਹੋਈ ਹੈ, ਅੱਜ ਤੱਕ ਨਿਰੰਤਰ ਚੱਲੀ ਆ ਰਹੀ ਹੈ। ਕਈ ਗੁਰੂ ਘਰ ਦੀਆਂ ਸੇਵਾਵਾਂ ਦਾ ਵਿਰੋਧ ਕਰਦੇ ਨੇ, ਆਖੇ ਜੀ ਗੁਰਦੁਆਰੇ ਦੇ ਗੁੰਮਟਾਂ ਤੇ ਸੋਨਾ ਲਾਉਣ ਦਾ ਕੀ ਫਾਇਦਾ ਜੀ। ਬੰਦਾ ਪੁੱਛੇ ਵੀ ਜਿਹੜੀਆਂ ਸਾਡੀਆਂ ਕੋਠੀਆਂ ਨੇ ਏਡੀਆਂ ਏਡੀਆਂ ਵੱਡੀਆਂ ਸੋਹਣੀਆਂ ਕੋਠੀਆਂ ਬਣਾਉਣ ਦਾ ਕੀ ਫਾਇਦਾ। ਇੱਕ ਘਰ ਵਾਲੀ ਲਈ ਬਣਾਈ ਹੈ ਨਾ, ਮਾਫ ਕਰਨਾ, ਬੱਚਿਆਂ ਲਈ ਬਣਾਈ ਹੈ ਨਾ। ਤੇ ਜਿਹੜਾ ਗੁਰੂ ਘਰ ਹੈ ਇਹ ਤਾਂ ਪਬਲਿਕ ਪਲੇਸ ਹੈ, ਤਾਂ ਸਾਰੀ ਸੰਗਤ ਦੇ ਕੰਮ ਆਉਣਾ। ਕਿੰਨੇ ਮਹਾਰਾਜ ਦੇ ਪਾਵਨ ਸਰੂਪਾਂ ਦਾ ਸਤਿਕਾਰ ਹੈ, ਕਿੰਨੇ ਅਖੰਡ ਪਾਠ ਸਾਹਿਬ ਚੱਲਦੇ ਨੇ। ਸਾਡੇ ਕੋਲ ਮਣਾ ਮੂੰਹ ਸੋਨਾ ਹੈ ਤੇ ਜੇ ਮਹਾਰਾਜ ਦੇ ਗੁੰਮਟ ਤੇ ਥੋੜਾ ਬਹੁਤਾ ਲੱਗ ਗਿਆ। ਸਿੱਖਾਂ ਦੇ ਕੋਲ ਇੰਨਾ ਸੋਨਾ ਚਾਂਦੀ ਤੇ ਇੰਨੀ ਮਾਇਆ ਹੈ, ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਸਿੱਖ ਜੇ ਚਾਹਣ ਤੇ ਸਾਰੇ ਦਾ ਸਾਰਾ ਅੰਮ੍ਰਿਤਸਰ ਸੋਨੇ ਦਾ ਬਣਾ ਕੇ ਤੇ ਜ਼ਮੀਨ ਦੇ ਵਿੱਚ ਦੀ ਮੈਟਰੋ ਟ੍ਰੇਨਾਂ ਚਲਾ ਸਕਦੇ ਨੇ ਤੇ ਉਹ ਪੂਰਾ ਅਮਰੀਕਾ ਲੰਡਨ ਬਣਾ ਸਕਦੇ ਨੇ। ਪਰ ਸਾਡੀ ਸਰਕਾਰ, ਸਾਡੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦੇ। ਤੇ ਜੇ ਸਿੱਖਾਂ ਦੀ ਮਾਇਆ ਗੁਰੂ ਸਾਹਿਬ ਦੇ ਘਰ ਸਫਲੀ ਹੋਈ ਹੈ, ਇਹਦਾ ਕੋਈ ਨੁਕਸਾਨ ਨਹੀਂ, ਇਹਦਾ ਲਾਭ ਹੈ। 35 ਕਰੋੜ ਦੇ 2 ਲੈਂਪ ਹਰਿਮੰਦਰ ਸਾਹਿਬ ਭੇਟਾ ਹੋਏ ਨੇ ਤੇ ਨਿੰਦਿਆ ਕਰਨ ਵਾਲੇ ਮੂਰਖ ਬੰਦੇ ਗੁਰਦੁਆਰੇ ਦੀ ਨਿੰਦਿਆ ਤੋਂ ਵੀ ਨਹੀਂ ਗੁਰੇਜ਼ ਕਰਦੇ। ਆਖੇ ਜੀ ਇੰਨਾ ਕੁਛ ਦਾ ਕੀ ਫਾਇਦਾ ਜੀ। ਸਾਧ ਸੰਗਤ ਜੀਓ, ਤੁਸੀਂ ਗੁਰੂ ਰਾਮਦਾਸ ਦੀ ਕਮਾਈ ਨੂੰ ਨਹੀਂ ਜੇ ਪਰਖਿਆ, ਸਾਨੂੰ ਤਾਂ ਕੋਈ ਰੁਪਈਆ ਦੇ ਕੇ ਰਾਜੀ ਨਹੀਂ, ਆਪ ਦੇ ਪੈਸੇ ਦਿੱਤੇ ਵੀ ਨਹੀਂ ਕੋਈ ਮੋੜਦਾ। ਮਿਹਨਤ ਮਜ਼ਦੂਰੀ ਦੇ ਪੈਸੇ ਨਹੀਂ ਮਿਲਦੇ। ਤੇ ਗੁਰੂ ਰਾਮਦਾਸ ਦੇ ਘਰ ਵੇਖੋ, ਅੱਜ ਵੀ ਵੇਖੋ ਕਿੰਨੀਆਂ ਲਹਿਰਾਂ ਬਹਿਰਾਂ ਨੇ। ਇਹਦਾ ਮਤਲਬ ਕੀ ਕੱਢਿਆ ਤੁਸੀਂ?
ਆ ਜਿਹੜਾ ਸੋਨਾ ਲੱਗ ਰਿਹਾ ਇਹ ਬਾਬੇ ਹਨੂਮਾਨ ਸਿੰਘ ਦੀ ਕਮਾਈ ਜੇ। ਉਹਨਾਂ ਨਾਮ ਜਪਿਆ, ਮਾਲਾ ਫੇਰੀ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਆ ਹੈ, ਆਪ ਦਾ ਭੇਟਾ ਕੀਤਾ ਹੈ। ਉਹਨਾਂ ਕੁਛ ਦਿੱਤਾ ਹੈ ਗੁਰਦੁਆਰੇ ਨੂੰ, ਜਿਹੜਾ ਸਭ ਕੁਛ ਹੀ ਗੁਰਦੁਆਰੇ ਨੂੰ ਭੇਟਾ ਕਰ ਗਿਆ। ਉਹਨਾਂ ਦਾ ਜਿਹੜਾ ਛਾਂਦਾ ਹੈ, ਉਹਨਾਂ ਦਾ ਹਿੱਸਾ ਸੰਗਤ ਵੱਲੋਂ ਕੱਢਿਆ ਜਾਂਦਾ ਹੈ। ਤੁਸੀਂ ਵੇਖੋ, ਪੰਜਾਂ ਪਿਆਰਿਆਂ ਨੇ ਸੀਸ ਦਿੱਤੇ ਨੇ ਤੇ ਅਰਦਾਸ ਤੋਂ ਉਪਰੰਤ ਸਭ ਤੋਂ ਪਹਿਲਾਂ ਪੰਜਾਂ ਪਿਆਰਿਆਂ ਦਾ ਛਾਂਦਾ ਕੱਢਿਆ ਜਾਂਦਾ ਹੈ। ਜੇ ਬੰਦਾ ਪੁੱਛਣ ਵਾਲਾ ਹੋਵੇ ਵੀ ਗੁਰਦੁਆਰੇ ਦੇ ਵਿੱਚ ਪੰਜਾਂ ਦਾ ਛਾਂਦਾ ਕੱਢਣ ਦਾ ਕੀ ਮਤਲਬ ਹੋਇਆ, ਪਰ ਉਹਨਾਂ ਸੀਸ ਭੇਟਾ ਕੀਤਾ ਹੈ। ਪਹਿਲਾਂ ਮਹਾਰਾਜ ਨੂੰ ਕਿਰਪਾਨ ਭੇਟਣਾ ਭੋਗ ਲੱਗਦਾ, ਫਿਰ ਪੰਜਾਂ ਪਿਆਰਿਆਂ ਦਾ ਹਿੱਸਾ ਨਿਕਲਦਾ। ਉਹਦੇ ਤੋਂ ਬਾਅਦ ਮਹਾਰਾਜ ਦੀ ਹਜ਼ੂਰੀ 'ਚ ਗ੍ਰੰਥੀ ਸਿੰਘ ਦਾ ਛੰਦ ਇਹ ਸੰਗਤ ਨੂੰ ਵਰਤਾਇਆ ਜਾਂਦਾ। ਇਉਂ ਇਹਨਾਂ ਸ਼ਹੀਦਾਂ ਨੇ ਕੌਮ ਦੇ ਲਈ ਆਪ ਦਾ ਖੂਨ ਡੋਲਿਆ ਹੈ, ਤਾਂ ਇਹਨਾਂ ਦੇ ਘਰ ਦੇ ਵਿੱਚ ਸੁੰਦਰ ਇਮਾਰਤਾਂ ਬਣੀਆਂ ਨੇ। ਮਾਇਆ ਤੇਲਾ ਹਾਜ਼ਰ ਹੈ, ਦੁਨੀਆ ਹੈਰਾਨ ਹੈ ਵੀ ਇਹ ਸਭ ਕੁਛ ਕਿਉਂ ਹੈ, ਉਹਨਾਂ ਦੀ ਕਮਾਈ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਿਛਲੇ ਜਨਮ ਦੇ ਵਿੱਚ ਪੂਰੇ ਦਾ ਪੂਰਾ ਰਾਜ ਬੇਦੀਆਂ ਨੂੰ ਦੇ ਦਿੱਤਾ ਸੀਗਾ, ਵੇਦ ਸੁਣ ਕਰਕੇ। ਤੇ ਫਿਰ ਬੇਦੀਆਂ ਨੇ ਵਰ ਦਿੱਤਾ ਵੀ ਜਦ ਅਸੀਂ ਕਲਯੁਗ ਦੇ ਵਿੱਚ ਗੁਰੂ ਨਾਨਕ ਨਾਮ ਕਹਾਵਾਂਗੇ ਤਾਂ ਤੀਜੇ ਸਰੂਪ ਤੋਂ ਬਾਅਦ ਚੌਥੇ ਸਰੂਪ ਦੇ ਵਿੱਚ ਤੁਹਾਨੂੰ ਗੁਰਤਾ ਗਦੀ ਰਾਜ ਭਾਗ ਬਖਸ਼ਾਂਗੇ। ਉਹ ਦਿੱਤਾ ਲਈਏ ਆਪਣਾ, ਅਣ ਦਿੱਤਾ ਕਛ ਹੱਥ ਨ ਆਵੈ। ਤੁਸਾਂ ਪਿੱਛੇ ਕੁਛ ਦਾਨ ਨਹੀਂ ਕੀਤਾ ਜੋਗੀਓ, ਇਸ ਲਈ ਕਰੋ ਘਰ ਹੱਥ ਅੱਡਦੇ ਮੰਗਦੇ ਫਿਰਦੇ ਹੋ। ਅਗਿਆਨ ਦਾ ਬੜਾ ਭਾਰੀ ਦੁੱਖ, ਤਾਂ ਪੂਰਨ ਸਤਿਗੁਰਾਂ ਦੀ ਕਿਰਪਾ ਨਾਮ ਰਸੀਏ ਤਤ ਬੇਤੇ ਤੇ ਗੁਰਸਿੱਖਾਂ ਦੀ ਸੰਗਤ ਦਾ ਮਿਲਾਪ ਅਤੇ ਗੁਰ ਸ਼ਬਦ ਤੇ ਪੂਰਨ ਭਰੋਸਾ ਰੱਖਣ ਦੇ ਨਾਲ ਹੀ ਨਿਵਰਤ ਹੁੰਦਾ ਹੈ। ਅੰਤःਕਰਨ ਦੇ ਵਿੱਚ ਜਨਮਾਂ ਜਨਮਾਤਰਾਂ ਦੇ ਸੰਸਕਾਰ ਭਰੇ ਪਏ ਨੇ। ਚਾਰ ਕਿਸਮਾਂ ਦੀਆਂ ਮੁੱਖ ਹਾਲਾਤਾਂ ਅੰਤःਕਰਨ ਵਿੱਚ ਪਿਛਲੀਆਂ ਅਨੇਕ ਜੂਨਾਂ ਭੋਗਣ ਕਰਕੇ ਜਮ੍ਹਾਂ ਪਈਆਂ ਨੇ। ਇਹ ਸੰਸਕਾਰ ਚਾਰ ਹਿੱਸਿਆਂ ਦੇ ਵਿੱਚ ਵੰਡੇ ਜਾ ਸਕਦੇ ਨੇ। ਇਹ ਜਿਹੜੀ ਪਾਵਨ ਸ਼ਬਦ ਦੀ ਵਿਆਖਿਆ ਹੈ ਇਹ ਕੁਝ ਵਿਸਥਾਰ ਵਾਲੀ ਤੇ ਕੁਝ ਲੰਮੇਰੀ ਹੈ। ਸ਼ਬਦ ਵੀ ਚਾਰ ਪਦਿਆਂ ਵਾਲਾ ਹੈ। ਇਸ ਵਾਸਤੇ ਇਹ ਪਾਵਨ ਸ਼ਬਦ ਦੀ ਜਿਹੜੀ ਸ਼ੁਭ ਆਰੰਭਤਾ ਹੈ, ਸਾਧ ਸੰਗਤ ਜੀਓ, ਆਪਾਂ ਕੱਲ ਨੂੰ ਕਰਾਂਗੇ, ਕਿਉਂਕਿ ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਤੋ ਆਪਾਂ ਨੇ ਭਾਦਰੋਂ ਦੇ ਮਹੀਨੇ ਦੇ ਵੀ ਦਰਸ਼ਨ ਮਾਤਰ ਗੁਰੂ ਸਾਹਿਬ ਦੇ ਸ਼ਬਦ ਦੇ ਦਰਸ਼ਨ ਕਰਨੇ ਹਨ। ਆਓ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ, ਤੇ ਭੁੱਲਾਂ ਚੁੱਕਾ ਖਿਮਾ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਭਾਦੋਏ ਭਰਮ ਭੁਲਾਣੀਆਂ। ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਭਾਦਰੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਕਿ ਭਰਮ ਭੁਲਾਣੀਆਂ, ਜਿਹੜੀਆਂ ਜੀਵ ਰੂਪ ਇਸਤਰੀਆਂ ਹਨ ਉਹ ਭਰਮ ਦੇ ਵਿੱਚ ਭੁੱਲੀਆਂ ਹੋਈਆਂ ਹਨ। ਜਿਹੜੀਆਂ ਜੀਵ ਰੂਪ ਇਸਤਰੀਆਂ ਭਾਦਰੋਂ ਦੇ ਮਹੀਨੇ ਦੇ ਵਿੱਚ ਆਪਦੇ ਸਰੂਪ ਤੋਂ ਭੁੱਲੀਆਂ ਹੋਈਆਂ ਹਨ, ਆਪਦੇ ਪ੍ਰਭੂ ਪਰਮਾਤਮਾ ਅਕਾਲ ਪੁਰਖ ਤੋਂ ਭੁੱਲੀਆਂ ਹੋਈਆਂ ਹਨ। ਸਾਧ ਸੰਗਤ ਜੀ ਉਹ ਜੂਨਾਂ ਦੇ ਵਿੱਚ ਭਟਕਦੀਆਂ ਹਨ, ਕਦੀ ਕਿਸੇ ਜੂਨ ਦੇ ਵਿੱਚ, ਕਦੀ ਕਿਸੇ ਜੂਨ ਦੇ ਵਿੱਚ। ਉਹਨਾਂ ਦਾ ਪਾਰ ਉਤਾਰਾ ਨਹੀਂ ਹੈ। ਸੋ ਜੂਨਾਂ ਦੇ ਵਿੱਚ ਪਹਿਲਾਂ ਇੱਥੇ ਭਟਕਦੀਆਂ ਨੇ, ਫਿਰ ਜੂਨਾਂ ਦੇ ਵਿੱਚ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ। ਇਉਂ 84 ਲੱਖ ਜੂਨਾਂ ਦੇ ਵਿੱਚ 1,84 ਜੋਨ ਭਰਮਦਿਆਂ ਦੁਲਭ ਜਨਮ ਪਾਏ ਹੋਏ। ਨਾਨਕ ਨਾਮ ਸੰਭਾਲ ਤੂੰ
ਤੇਰਾ ਸੋ ਦਿਨ ਨੇੜਾ ਆਇਓ ਏ। ਸੋ ਜਿਹੜੇ ਪ੍ਰਭੂ ਪਰਮਾਤਮਾ ਨੂੰ ਨਹੀਂ ਜਾਣਦੇ ਉਹ ਜੂਨਾਂ ਦੇ ਵਿੱਚ ਭਟਕਦੇ ਨੇ, ਜੀਵ ਰੂਪ ਇਸਤਰੀਆਂ ਭਰਮ ਦੇ ਵਿੱਚ ਭੁੱਲੀਆਂ ਤੋ ਇੱਕ ਪਰਮਾਤਮਾ ਨੂੰ ਛੱਡ ਕੇ ਦਵੈਤ ਭਾਅ ਦੇ ਵਿੱਚ ਉਹਨਾਂ ਦਾ ਹੇਤ ਪ੍ਰੇਮ ਲੱਗਾ ਹੋਇਆ ਹੈ। ਜਿਹੜੀ ਜਨਾਨੀ ਆਪਦੇ ਘਰ ਵਾਲੇ ਨੂੰ ਛੱਡ ਕੇ ਦੂਜੇ ਬੰਦਿਆਂ ਦੇ ਨਾਲ ਬੋਲਦੀ ਹੈ, ਮਿਲ ਬੈਠਦੀ ਹੈ, ਪੇਕੇ ਘਰ ਦੇ ਵਿੱਚ ਵੀ ਅਤੇ ਸਹੁਰੇ ਘਰ ਵਿੱਚ ਉਹਦੀ ਨਿੰਦਿਆ ਹੁੰਦੀ ਹੈ, ਉਹ ਘਰੋਂ ਬਾਹਰੋਂ ਛੁੱਟੜ ਹੋ ਜਾਂਦੀ ਹੈ। ਭਾਵੇਂ ਉਹ ਲੱਖਾਂ ਸ਼ਿੰਗਾਰ ਬਣਾਉਣਾ ਕਰੇ, ਛੁੱਟੜ ਇਸਤਰੀ ਦਾ ਕਿਸੇ ਵੀ ਕੰਮ ਨਹੀਂ ਹੈ, ਜੋ ਕੇਵਲ ਖਾਣ ਪੀਣ ਦੇ ਭਰਮ ਦੇ ਵਿੱਚ ਆਪਦੇ ਪਤੀ ਨੂੰ, ਪਤੀ ਦੀ ਸੇਵਾ ਨੂੰ ਭੁਲਾ ਦਿੰਦੀਆਂ, ਦੂਜੇ ਪੁਰਸ਼ਾਂ ਨਾਲ ਪਿਆਰ ਲਾਉਂਦੀਆਂ। ਉਹਨਾਂ ਦੇ ਕੀਤੇ ਲੱਖਾਂ ਸ਼ਿੰਗਾਰ ਕਾਹਦੇ ਕੰਮ ਨੇ? ਕਲਿਆਣ ਨਹੀਂ ਹੋ ਸਕਣੀ, ਗਰਾਉਣ ਵਾਲੇ ਨੇ, ਵਿਸ਼ਿਆਂ ਦਾ ਕਾਰਨ ਨੇ। ਉਹਨਾਂ ਨੇ ਆਪ ਦਾ ਜੀਵਨ ਵਿਗਾੜ ਲਿਆ ਹੈ, ਜਿਸ ਕਰਕੇ ਦਰਗਾਹ ਦੇ ਵਿੱਚ ਬੜੀਆਂ ਭਾਰੀ ਸਜ਼ਾਵਾਂ ਮਿਲਣਗੀਆਂ। ਇਸੇ ਪ੍ਰਕਾਰ ਜੋ ਦੂਜੇ ਦੇਵੀ ਦੇਵਤਿਆਂ ਦੇ ਵਿੱਚ ਪ੍ਰੇਮ ਕਰਦੀਆਂ ਹਨ, ਉਹਨਾਂ ਦੇ ਜਿਹੜੇ ਸਾਧਨ ਰੂਪ ਸ਼ਿੰਗਾਰ ਹਨ ਉਹ ਕਿਸੇ ਵੀ ਕੰਮ ਨਹੀਂ ਹਨ। ਜਿਸ ਦਿਨ ਇਹ ਜਿਹੜੀ ਦੇਹ ਹੈ ਨਾਸ਼ ਹੋਵੇਗੀ, ਤਾਂ ਉਸ ਵੇਲੇ ਸਾਧ ਸੰਗਤ ਜੀਓ ਸਵਾਸ ਨਿਕਲ ਜਾਂਦੇ ਨੇ। ਇਸ ਦੇਹ ਨੂੰ ਮਾਂ ਪਿਓ ਧੀਆਂ ਪੁੱਤਰ ਆਦਿਕ ਸਭ ਹੀ ਪ੍ਰੇਤ ਕਹਿ ਕੇ ਤੇ ਦੂਰ ਭੱਜ ਜਾਂਦੇ ਹਨ। ਜਿਹੜੇ ਧਰਮ ਰਾਜੇ ਦੇ ਭਿਆਨਕ ਜਮਦੂਤ ਨੇ ਉਹ ਆ ਕੇ ਪਕੜ ਲੈਂਦੇ ਹਨ। ਕਿਸੇ ਨੂੰ ਪਹਿਲਾਂ ਸੁਨੇਹਾ ਨਹੀਂ ਦਿੰਦੇ ਕਿ ਅਸੀਂ ਲੈਣ ਵਾਸਤੇ ਆ ਰਹੇ ਹਾਂ, ਜਾਂ ਜਾਣ ਲੱਗਿਆ ਕਿਸੇ ਨੂੰ ਦੱਸ ਕੇ ਨਹੀਂ ਜਾਂਦੇ ਕਿ ਫਲਾਣੇ ਨਰਕ 'ਚ ਪਾਵਾਂਗੇ। ਜਾਂ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾਲ ਮਿਲਿਆ ਭੇਤ, ਭੇਤ ਜੇ ਤਾਂ ਹਰ ਕਿਸੇ ਨਾਲ ਮਿਲਿਓ। ਜਾਂ ਪਕੜ ਚਲਾਇਆ ਝੂਠਾ ਰੁਦਨ ਹੁਆ ਦੁਆਲਾ, ਚਿਰ ਮੈਂ ਭਇਆ ਪਰਾਇਆ। ਇੱਕ ਖਿਣ ਦੇ ਵਿੱਚ ਛੱਡ ਕੇ ਖੜ ਜਾਂਦੇ ਨੇ। ਜਿਨ੍ਹਾਂ ਧੀਆਂ ਪੁੱਤਰਾਂ ਸੰਬੰਧੀਆਂ ਨਾਲ ਬਹੁਤਾ ਪ੍ਰੇਮ ਲੱਗਾ ਹੋਇਆ ਸੀਗਾ, ਆਪਦੀ ਘਰ ਵਾਲੀ ਬਹੁਤੇ ਪਿਆਰ ਵਾਲੀ ਮੰਨੀ ਸੀ, ਦਿਨ ਰਾਤ ਚੋਰੀਆਂ ਜਾਰੀਆਂ ਠੱਗੀਆਂ ਕਰਕੇ ਜਿਨ੍ਹਾਂ ਦੀ ਪਾਲਣਾ ਪੋਸ਼ਣਾ ਕਰਦਾ ਰਿਹਾ, ਇੱਕ ਖਿਣ ਦੇ ਵਿੱਚ ਉਹ ਛੱਡ ਕੇ ਲਾਂਭੇ ਹੋ ਜਾਂਦੇ ਨੇ। ਸੋ ਮੁੜ ਕੇ ਬਾਅਦ ਦੇ ਵਿੱਚ ਜਦ ਮੌਤ ਆਉਂਦੀ ਹੈ, ਯਮਦੂਤ ਇਹਨੂੰ ਬੰਨ੍ਹ ਕੇ ਲਿਜਾਂਦੇ ਨੇ। ਇਹ ਹੱਥਾਂ ਨੂੰ ਮਰੋੜਦਾ ਹੈ, ਜਾਂ ਯਮਦੂਤ ਇਹਦੇ ਹੱਥ ਮਰੋੜਦੇ ਨੇ। ਵਿੱਚੋਂ ਜਦ ਸੂਖਮ ਸਰੀਰ ਨੂੰ ਕੱਟਦੇ, ਮਾਰਦੇ, ਕੁੱਟਦੇ ਨੇ। ਜਿਹੜਾ ਗੋਰਾ ਚਿੱਟਾ ਰੰਗ ਬਣਾਇਆ ਸੀ ਪਾਊਡਰ ਕਰੀਮਾਂ ਲਾ ਕੇ, ਉਹ ਝਟਪਟੀ ਡੱਬ ਖੜੱਬਾ ਜਿਹਾ ਹੋ ਗਿਆ ਹੈ। ਭਾਵ ਹਨੇਰਾ ਚੁੱਕਿਆ ਜਾਂਦਾ, ਦਿਨ ਚੜ੍ਹ ਆਉਂਦਾ ਹੈ। ਸੋ ਜੀਵ ਨੇ ਜਿਸ ਤਰ੍ਹਾਂ ਦਾ ਸਰੀਰ ਰੂਪ ਧਰਤੀ ਦੇ ਵਿੱਚ ਕਰਮ ਕਰਨ ਨੂੰ ਵੀ ਬੀਜ ਬੀਜਿਆ, ਉਹੀ ਕੱਟਦਾ ਹੈ, ਭਾਵ ਦੁੱਖ ਸੁੱਖ ਭੋਗਦਾ ਹੈ। ਇਹ ਤਾਂ ਜਿਹੜਾ ਸਰੀਰ ਦਾ ਖੇਤ ਹੈ, ਇਹ ਤਾਂ ਕਰਮਾਂ ਦਾ ਖੇਤ ਹੈ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਦਰਖਤ ਨੂੰ ਅੰਬ ਲੱਗਾ ਵੇਖਿਆ, ਕਿੰਨੇ ਵੇਖਿਆ? ਅੱਖਾਂ ਨੇ ਵੇਖਿਆ। ਪੈਰ ਚੱਲ ਕੇ ਗਏ, ਜਿੰਨੇ ਵੇਖਿਆ ਉਹ ਚੱਲ ਕੇ ਨਹੀਂ ਗਈਆਂ, ਚੱਲ ਕੇ ਪੈਰ ਗਏ। ਤੋੜਿਆ ਕਿੰਨੇ? ਹੱਥਾਂ ਨੇ। ਜਿੰਨੇ ਵੇਖਿਆ ਉਹ ਚੱਲ ਕੇ ਨਹੀਂ ਗਈਆਂ, ਜਿਹੜੇ ਚੱਲ ਕੇ ਗਏ ਉਹਨਾਂ ਤੋੜਿਆ ਨਹੀਂ। ਫਿਰ ਜਿਨ੍ਹਾਂ ਤੋੜਿਆ ਉਹਨਾਂ ਖਾਧਾ ਨਹੀਂ। ਖਾਧਾ ਕਿੰਨੇ? ਮੂੰਹ ਨੇ।
ਬੱਤੀਆਂ ਦੰਦਾਂ ਨੇ, ਜਿੰਨੇ ਖਾਧਾ ਦੰਦਾਂ ਨੇ ਤੋੜ ਤੋੜ ਕੇ ਜਾਂ ਬੁੱਲ੍ਹਾਂ ਨੇ ਚੂਪਿਆ, ਉਹਨਾਂ ਸਵਾਦ ਨਹੀਂ ਲਿਆ। ਰਸ ਕਿਹਨੇ ਲਿਆ? ਜ਼ਬਾਨ ਨੇ। ਜ਼ਬਾਨ ਨੇ ਰਸ ਲਿਆ ਤੇ ਭਰਿਆ ਕੀ? ਪੇਟ, ਸਾਡਾ ਢਿੱਡ। ਜਿੰਨੇ ਵੇਖਿਆ ਉਹ ਚੱਲ ਕੇ ਨਹੀਂ ਗਈਆਂ, ਜਿਹੜੇ ਚੱਲ ਕੇ ਗਏ ਉਹਨਾਂ ਤੋੜਿਆ ਨਹੀਂ, ਜਿੰਨਾ ਤੋੜਿਆ ਉਹਨਾਂ ਖਾਧਾ ਨਹੀਂ, ਜਿੰਨਾ ਖਾਧਾ ਉਹਨਾਂ ਰਸ ਨਹੀਂ ਲਿਆ, ਜਿਹਨੇ ਰਸ ਲਿਆ ਉਹ ਭਰਿਆ ਨਹੀਂ। ਭਰਿਆ ਕੀ? ਪੇਟ। ਮਗਰੋਂ ਆਇਆ ਅੰਬਾਂ ਦਾ ਜਿਹੜਾ ਮਾਲਕ ਸੀਗਾ, ਫੜਿਆ ਉਹਨੇ ਡੰਡਾ, ਆਖਿਆ ਠਹਿਰ ਜਾ, ਤੂੰ ਚੋਰੀ ਕੀਤੀ ਆ? ਮੇਰੇ ਪੁੱਛਣ ਤੋਂ ਬਗੈਰ ਫਲ ਤੋੜ ਕੇ ਖਾ ਲਿਆ? ਉਹਦਾ ਗੁੱਸਾ ਜਾਇਜ਼ ਹੈ, ਪਰ ਵੈਸੇ ਕਈ ਕੰਮ ਦਿਲੇ ਹੁੰਦੇ ਨੇ, ਉਹਨਾਂ ਦਾ ਦਿਲ ਬੜਾ ਕਮਜ਼ੋਰ ਹੁੰਦਾ, ਉਹ ਇੱਕ ਵੀ ਅੰਬ ਦੀ ਚੋਰੀ ਨੂੰ ਸਹਾਰ ਨਹੀਂ ਸਕਦੇ। ਉਹਨੇ ਫੜਿਆ ਡੰਡਾ ਤੇ ਵੱਟ ਕੇ ਮਾਰਿਆ ਕਿੱਥੇ? ਪਿੱਠ ਤੇ। ਪਿੱਠ ਦਾ ਕਸੂਰ ਹੀ ਕੋਈ ਨਹੀਂ। ਪਿੱਠ ਨੇ ਦੱਸੋ ਕੀ ਕੀਤਾ? ਵੇਖਿਆ ਤਾਂ ਅੱਖਾਂ ਨਹੀਂ ਸੀਗਾ, ਲੈ ਕੇ ਪੈਰ ਗਏ ਨੇ, ਤੋੜਿਆ ਹੱਥਾਂ ਨੇ ਹੈ, ਖਾਧਾ ਦੰਦਾਂ ਨੇ ਹੈ, ਰਸ ਜ਼ਬਾਨ ਨੇ ਲਿਆ, ਭਰਿਆ ਪੇਟ ਹੈ ਤੇ ਮਾਰ ਪਈ ਹੈ ਪਿੱਠ ਤੇ, ਪਿੱਠ ਦੂਰੀ ਹੋ ਗਈ। ਹੁਣ ਤੁਸੀਂ ਦੱਸੋ ਵੀ ਕਰਮਾਂ ਦਾ ਫਲ ਕਿਹਨੂੰ ਮਿਲਿਆ? ਮਿਲਣਾ ਤਾਂ ਅੱਖਾਂ ਨੂੰ ਚਾਹੀਦਾ ਸੀ, ਮਿਲਿਆ ਪਿੱਠ ਨੂੰ। ਜਿਹੜਾ ਨਾਸਤਿਕ ਪੁਰਸ਼ ਹੈ, ਜੇ ਉਹ ਸਵਾਲ ਕਰੇ ਵੀ ਇੰਝ ਕਿਵੇਂ ਹੋ ਸਕਦਾ ਜੀ? ਖਾਧਾ ਪੀਤਾ ਲਾਹੇ ਲਾ, ਦਮ ਦਾ ਕੀ ਸਵਾਹ, ਆਪਣਾ ਦਮ ਦਾ ਕੀ ਵਸਾ। ਆ ਬਥੇਰੀ ਦੁਨੀਆ ਤੁਰੀ ਫਿਰਦੀ ਹੈ, ਕਦੀ ਇਹਨਾਂ ਨੂੰ ਸਜ਼ਾ ਮਿਲੀ ਤੁਸੀਂ ਵੇਖੀ ਹੈ? ਆ ਜਿਹੜੇ ਗਲਤ ਕਰਮ ਕਰਦੇ ਨੇ ਉਹ ਸਗੋਂ ਸਾਡੇ ਨਾਲੋਂ ਖੁਸ਼ਹਾਲ ਹਨ, ਤੁਸੀਂ ਐਵੇਂ ਡਰਾਈ ਜਾਂਦੇ ਹੋ। ਮਹਾਰਾਜ ਦੀ ਬਾਣੀ ਪਾਠ ਕਰਕੇ ਤਾਂ ਬੰਦੇ ਨੂੰ ਕਮਜ਼ੋਰ ਕਰਦੀ ਆ। ਤੇ ਇਸ ਪ੍ਰਕਾਰ ਕਈ ਲੋਕ ਆਪ ਦੇ ਕੋਲੋਂ ਗੱਲਾਂ ਬਣਾਉਂਦੇ ਨੇ। ਜੇ ਕੋਈ ਸਵਾਲ ਕਰੇ ਦ੍ਰਿਸ਼ਟਾਂਤ ਦੇ ਕੇ ਵੀ ਫਲ ਤਾਂ ਅੱਖਾਂ ਨੂੰ ਮਿਲਿਆ ਨਹੀਂ, ਤਾਂ ਉਹਦੇ ਪਰਥਾਏ ਇਹ ਉੱਤਰ ਹੈ, ਤੁਸੀਂ ਦੱਸੋ ਵੀ ਜਦ ਪਿੱਠ ਤੇ ਡੰਡਾ ਵੱਜਾ, ਪਿੱਠ ਤੇ ਮਾਰ ਪਈ, ਤਾਂ ਰੋਇਆ ਕੌਣ? ਕੌਣ ਰੋਇਆ? ਅਥਰੂ ਕਿਹਦੇ ਚੋਂ ਨਿਕਲੇ? ਅੱਖਾਂ ਦੇ ਵਿੱਚੋਂ। ਮਤਲਬ ਘੁੰਮ ਘੁਮਾ ਕੇ ਫਲ ਅੱਖਾਂ ਨੂੰ ਹੀ ਮਿਲਿਆ, ਕਿਉਂਕਿ ਗਲਤੀ ਉਹਨਾਂ ਦੀ ਸੀਗੀ, ਅੱਖਾਂ ਨੇ ਭਲਾ ਵੇਖਿਆ ਕਿਉਂ? ਤੇ ਇਸ ਪ੍ਰਕਾਰ ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਧਾਰੈ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਜਿਨੇ ਕੀਤਾ ਉਹਨੂੰ ਹੀ ਨਵੇੜਾ ਦੇਣਾ ਪਊਗਾ, ਲੇਖਾ ਭੁਗਤਾਉਣਾ ਪਊਗਾ। ਅੱਜ ਨਹੀਂ ਭਲਕੇ ਨਹੀਂ ਪਰਸੋਂ ਧ੍ਰਿਤਰਾਸ਼ਟਰ ਵੇਖੋ 107ਵੇਂ ਜਨਮ ਬਾਅਦ ਕਾਬੂ ਆਇਆ। ਕਿਤੇ ਨਾ ਕਿਤੇ ਬੰਦਾ ਫੜਿਆ ਜਾਂਦਾ ਹੈ, ਰੱਬ ਤੋਂ ਭੱਜ ਨਹੀਂ ਸਕਦਾ। ਸੋ ਆਪੇ ਬੀਜ ਆਪੇ ਹੀ ਖਾਓ, ਆਪੇ ਬੀਜੋ ਤੇ ਆਪੇ ਹੀ ਖਾਓ। ਜੇ ਕਿੱਕਰਾਂ ਬੀਜੀਆਂ ਤਾਂ ਕੰਡੇ ਖਾਓ, ਤੇ ਜੇ ਅੰਬ ਬੀਜੇ ਨੇ ਤੇ ਅੰਬ ਖਾਓ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੇ ਹੁਣ ਕਤਾਈਂਦਾ, ਪੈਂਦਾ ਲੋੜੈ ਪਟ। ਨਾਨਕ ਪ੍ਰਭ ਸਰਣਾਗਤੀ। ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ ਕਿ ਅਸੀਂ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਏ ਹਾਂ। ਹੇ ਵਾਹਿਗੁਰੂ, ਤੇਰੀ ਚਰਨਾਂ ਦੇ ਵਿੱਚ ਅਰਦਾਸ ਹੈ ਕਿ ਆਪ ਦੇ ਨਾਮ ਰੂਪੀ ਚਰਨਾਂ ਦਾ ਜਹਾਜ਼ ਸਾਨੂੰ ਬਖਸ਼। ਇਸ ਲਈ ਕਦੀ ਵੀ ਚੋਰੀ ਯਾਰੀ ਆਦਿਕ ਬੁਰੇ ਕਰਮ ਨਾ ਕਰੀਏ। ਤਾਂ ਮਹਾਰਾਜ ਕਹਿੰਦੇ ਜਿਹੜਾ ਭਾਦਰੋਂ ਦੇ ਮਹੀਨੇ ਵਿੱਚ ਪਾਵਨ ਉਪਦੇਸ਼ ਮੰਨੇਗਾ, ਚੰਗੇ ਕਰਮ ਕਰੇਗਾ, ਨਾਮ ਜਪੇਗਾ, ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਨਰਕਾਂ ਦੇ ਵਿੱਚ ਨਹੀਂ ਪਾਈਆਂ ਜਾਣਗੀਆਂ। ਜਿਹੜਾ ਸਤਿਗੁਰਾਂ ਨਾਲ ਪ੍ਰੇਮ ਰੱਖਣ ਵਾਲਾ, ਸਤਿਗੁਰਾਂ ਦੀ ਇੱਕ ਇੱਕ ਗੱਲ ਨੂੰ, ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰ ਸਿੱਖੋ।
ਹਰ ਕਰਤਾ ਆਪ ਮੋਹੋਂ ਕਢਾਈ। ਜਿਹੜਾ ਸੱਚੀ ਮੰਨਦਾ ਹੈ, ਮਹਾਰਾਜ ਦੇ ਉਪਦੇਸ਼ ਨੂੰ ਧਾਰਨ ਕਰਦਾ, ਉਹ ਕਦੀ ਨਰਕਾਂ 'ਚ ਨਹੀਂ ਪੈਂਦਾ। ਜੇ ਕੋਈ ਮਾੜਾ ਮੋਟਾ ਗਲਤ ਕੰਮ ਹੋ ਵੀ ਜਾਏ ਤੇ ਮਹਾਰਾਜ ਬਖਸ਼ਣ ਵਾਲਾ ਬੈਠਾ, ਅਰਦਾਸ ਕਰੋ ਗੁਰੂ ਸਾਹਿਬ ਬਖਸ਼ ਲੈਂਦੇ ਨੇ। ਇੱਥੇ ਹੀ ਬਖਸ਼ ਕੇ ਤੇ ਸਾਧ ਸੰਗਤ ਜੀਓ ਅੱਗੇ ਪਰਲੋਕ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ਣਗੇ। ਇਉਂ ਮਹਾਰਾਜ ਦਾ ਅੰਮ੍ਰਿਤ ਛਕੀਏ, ਗੁਰੂ ਸਾਹਿਬ ਦੇ ਲੜ ਲੱਗੀਏ, ਬਾਣੀ ਦੇ ਨਿਤਨੇਮੀ ਹੋਈਏ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਨਰਕ ਨ ਪਾਈਐ ਗੁਰ ਰਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਦੇਖੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਬਾਇਆ, ਸਤਿਗੁਰੂ ਤੋਂ ਪਾਇਆ। ਮਨ ਵਧੀਆਂ ਵਾਧਾਈਆਂ ਰਾਗ ਰਤਨ ਬਰਵਾਰ ਭਰੀਆਂ, ਸ਼ਬਦ ਗਾ ਬਣਾਈਆਂ, ਸ਼ਬਦੋ ਗਾਓ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਨਾਲੇ ਹਰ ਨਾਰ ਤੂੰ ਮਨ ਮੇਰੇ।